गुरु जी दी साजी नवाजी। गुरु रूप गुरु प्यारी साध संगत जी, वाहिगुरु जी का खालसा वाहिगुरु जी की फतेह। सचे पातशाह गुरबाणी गुरु विच आप जो उपदेश दे रहे हैं, जिन्ना भी उपदेश है साडे मन नूं साडी सुरती नूं दिता जाता है। साडे मन नूं ही फिर प्राणी भी आखिए जो इस संसार दे विच असीं आए हैं। हुण इत्थे आके जदों ये प्राणी मन माया दे विच आके विचारां दे विच आके सौ जांदा त्रै गुणां दे विच, फिर इसनूं जो हर जस है मालक दे गुण वो फिर इनूं चेते नहीं आउंदे, सिमरन करदा नहीं है। दिन रात फिर माया दे विच ही मगन रहिंदा, विचारां दे विच फुरनियां दे विच। महाराज फरमाउंदे ने, प्राणी को हर जस मन नहीं आवे, एहनिस रहे मगन माया में कहो कैसे गुण गावे। कि दिन रात मगन रहिंदा माया दे विच, विचारां दे विच, ते माया दे विच फिर मालक दे किवें गुण गावे, किवें उहदी वडियाई करे। नूं मालक दा हर जस चेते आउंदा ही नहीं, मन दे विच आउंदा ही नहीं है। सो ऐसी अवस्था जदों मन दी हुंदी, इहनूं फिर मनमुख कहिंदे ने, मूर्ख कहिंदे ने। मन नूं समझाउंदे भी तूं इस संसार दे विच आया है लाहा लैण वास्ते, ते तेरी जिहड़ी आरजू तेरे जीवन दी रहन वो मुकदी जा रही है, बीतदी जा रही है। मारे कहंदे प्राणी तू आया लाहा लैण, लगा कित को फकड़े सब मुकदी चली रहन।
ਸਾਡੇ ਜੀਵਨ ਦੀ ਜਿਹੜੀ ਰਹਿਣ ਉਹ ਮੁੱਕਦੀ ਜਾ ਰਹੀ, ਸਮਾਂ ਸਾਡਾ ਬੀਤਦਾ ਜਾ ਰਿਹਾ ਹੈ। ਹੁਣ ਆਪਾਂ ਨੂੰ ਫਿਰ ਸਮਝਾਉਂਦੇ ਵੀ ਇਹ ਸੰਸਾਰ ਦੇ ਵਿੱਚ ਸਾਡਾ ਵਸੇਰਾ ਇਸ ਤਰ੍ਹਾਂ ਹੈ ਵੀ ਜਿਵੇਂ ਇੱਕ ਪੰਖੀ ਹੁੰਦਾ ਹੈ, ਰਾਤ ਨੂੰ ਉਹ ਰਹਿਣਾ ਵਸੇਰਾ ਕਰਦੇ ਤੇ ਦਿਨ ਚੜ੍ਹਦਾ ਉੱਡ ਜਾਂਦਾ। ਇਸੇ ਤਰ੍ਹਾਂ ਹੀ ਫਿਰ ਸਾਡੇ ਮਨ ਨੂੰ ਸਮਝਾਉਂਦੇ ਵੀ ਕੀ ਮੇਰਾ ਤੇ ਕੀ ਤੇਰਾ, ਵੀ ਜਿਵੇਂ ਉਹ ਪੰਖੀ ਦਾ ਵਸੇਰਾ ਹੁੰਦਾ ਇਸ ਤਰ੍ਹਾਂ ਇਸ ਸੰਸਾਰ ਦੇ ਵਿੱਚ। ਮਾਰੇ ਕਹਿੰਦੇ ਪ੍ਰਾਣੀ ਕਿਆ ਮੇਰਾ ਕਿਆ ਤੇਰਾ, ਜੈਸੇ ਤਰਵਰ ਪੰਖ ਵਸੇਰਾ। ਤਰਵਰ ਦੇ ਉੱਤੇ ਜਿਵੇਂ ਪੰਖੀ ਆ ਕੇ ਬੈਠ ਜਾਂਦਾ, ਆਲਣਾ ਪਾ ਲੈਂਦਾ। ਹੁਣ ਉਹ ਸਦਾ ਤਾਂ ਰਹਿੰਦਾ ਨਹੀਂ ਹੈ, ਨਾ ਉਹ ਤਰਵਰ ਸਦਾ ਰਵੇ, ਉਹ ਮਾਲਕ ਦੀ ਇੱਛਾ ਹੈ। ਜਿਵੇਂ ਕਿਸੇ ਖੇਤ ਦੇ ਵਿੱਚ ਦਰਖਤ ਹੋ ਗਏ, ਹੁਣ ਮਾਲਕ ਦੀ ਇੱਛਾ ਤੇ ਜਦੋਂ ਮਰਜ਼ੀ ਉਹ ਦਰਖਤ ਨੂੰ ਵੱਢ ਦੇਵੇ। ਤੇ ਜੇ ਹੁਣ ਪੰਛੀ ਆਖੇ ਵੀ ਇਹ ਸਾਡਾ ਹੀ ਹੈ ਤੇ ਉਹ ਜਦੋਂ ਮਰਜ਼ੀ ਕੱਟ ਦੇਵੇ ਤੇ ਉਹਦਾ ਰਹਿਣ ਵਸੇਰਾ ਖਤਮ ਹੋ ਜਾਣਾ। ਸੋ ਇਸੇ ਤਰ੍ਹਾਂ ਹੀ ਫਿਰ ਆਪਣੇ ਮਨ ਨੂੰ ਸਮਝਾਉਂਦੇ ਵੀ ਇਹ ਸਰੀਰ ਨੂੰ ਤਰਵਰ ਆਖੀ, ਦਰਖਤ ਦਾ ਨਾਮ ਦਿੱਤਾ। ਅਸੀਂ ਇੱਥੇ ਆਉਂਦੇ ਹਾਂ, ਕੁਝ ਸਮਾਂ ਠਹਿਰਦੇ ਹਾਂ ਤੇ ਮੁੜ ਕੇ ਅਸੀਂ ਫਿਰ ਇੱਥੋਂ ਵਾਪਸ ਜਾਣਾ ਹੁੰਦਾ ਆਪਦੇ ਦੇਸ਼ ਨੂੰ, ਆਪਦੇ ਘਰ ਨੂੰ। ਹੁਣ ਇਹ ਫਿਰ ਸੋਝੀ, ਇਹ ਗਿਆਨ ਆਪਾਂ ਨੂੰ ਗੁਰਬਾਣੀ ਗੁਰੂ ਵਿੱਚ ਦਿੱਤਾ ਗਿਆ ਹੈ ਵੀ ਅਸੀਂ ਇੱਥੇ ਸਦਾ ਦੇ ਰਹਿਣ ਵਾਲੇ ਨਹੀਂ ਹੈ, ਕੁਝ ਸਮੇਂ ਵਾਸਤੇ ਆਏ। ਸਾਡਾ ਜਿਹੜਾ ਅਸਲ ਘਰ ਹੈ, ਜੋ ਸਾਡਾ ਦੇਸ਼ ਹੈ ਪਰਲੋਕ, ਅਸੀਂ ਉੱਥੇ ਦੇ ਵਾਸੀ ਹਾਂ। ਉਸ ਨੂੰ ਬੇਗਮਪੁਰਾ ਸ਼ਹਿਰ ਦਾ ਨਾਮ ਦਿੱਤਾ। ਬੇਗਮ, ਜਿੱਥੇ ਕੋਈ ਗਮ ਨਹੀਂ, ਕੋਈ ਚਿੰਤਾ ਨਹੀਂ, ਕੋਈ ਫਿਕਰ ਨਹੀਂ, ਗਮਾਂ ਤੋਂ ਰਹਿਤ। ਇਹ ਬੇਗਾਨਾ ਦੇਸ਼ ਹੈ ਕਾਲ ਦਾ, ਜਿੱਥੇ ਆਪਾਂ ਦਿਨ ਦੇ ਸਮੇਂ ਆਉਂਦੇ ਹਾਂ। ਇੱਧਰ ਗਮ ਹੀ ਗਮ, ਚਿੰਤਾ, ਫਿਕਰ, ਸੈਂਸੇ, ਇੱਧਰ ਸਾਰਾ ਕੁਛ ਹੀ ਹੈ। ਜਦੋਂ ਆਪਾਂ ਆਪਦੇ ਦੇਸ਼ ਹੁੰਦੇ ਹਾਂ, ਉੱਥੇ ਆਪਾਂ ਆਪਣੇ ਮਾਤਾ ਪਿਤਾ ਕੋਲ ਹੁੰਦੇ, ਉੱਥੇ ਆਪਾਂ ਨੂੰ ਕੋਈ ਕਰਮ ਨਹੀਂ ਕਰਨਾ ਪੈਂਦਾ ਸੰਸਾਰ ਦਾ। ਨਾ ਉਸੇ ਕੋਈ ਦਿਹਾੜੀ ਕਰਨੀ ਪਵੇ, ਨਾ ਨੌਕਰੀ ਕਰਨੀ ਪਵੇ, ਨਾ ਕੋਈ ਹੋਰ ਸਾਨੂੰ ਹਲ ਵਾਹੁਣੇ ਪੈਣ, ਨਾ ਕੋਈ ਹੋਰ ਸੰਸਾਰ ਦਾ ਕੋਈ ਕੰਮ ਕਰਨਾ ਪਵੇ। ਇਹ ਸਾਰਾ ਕੁਛ ਇੱਧਰ ਹੀ, ਜਦੋਂ ਆਪਾਂ ਦਿਨ ਦੇ ਸਮੇਂ ਆਉਂਦੇ ਹਾਂ, ਇੱਧਰ ਹੀ ਇਹ ਸਾਰਾ ਖੇਲ ਚੱਲਦਾ ਹੈ। ਇਸ ਕਰਕੇ ਇਸ ਨੂੰ ਬੇਗਾਨਾ ਦੇਸ਼ ਆਖਿਆ, ਇਸ ਨੂੰ ਕਾਲ ਦਾ ਦੇਸ਼ ਆਖਿਆ, ਪਰਦੇਸ ਆਖਿਆ। ਹੁਣ ਇਹ ਪਰਦੇਸ ਦੇ ਵਿੱਚ ਆ ਕੇ ਅਸੀਂ ਇੱਥੇ ਦੇ ਵਾਸੀ ਬਣ ਕੇ ਰਹਿ ਗਏ ਹਾਂ, ਆਪਦੇ ਦੇਸ਼ ਨੂੰ ਬਿਲਕੁਲ ਭੁੱਲ ਗਏ। ਭੁੱਲੇ ਹੋਣ ਕਰਕੇ ਹੁਣ ਜਦੋਂ ਜੀਵ ਸੋਚਦਾ, ਇਸ ਦੇਸ਼ ਬਾਰੇ ਸੋਚਦਾ, ਇਹ ਸਰੀਰ ਦੀ ਚਿੰਤਾ ਕਰਦਾ, ਇਹਦਾ ਫਿਕਰ ਕਰਦਾ, ਇਹਨੂੰ ਪਾਲਣ ਵਾਸਤੇ ਵੀ ਇਹਨੂੰ ਕੀ ਖਵਾਵਾਂ ਪਿਆਵਾਂ, ਕਿਵੇਂ ਇਹਦੀ ਪਾਲਣਾ ਪੋਸ਼ਣਾ ਕਰਾਂ, ਕਿਵੇਂ ਇਹਨੂੰ ਸੁੱਖ ਸਹੂਲਤਾਂ ਦੇਵਾਂ। ਇਹਦੇ ਵਾਸਤੇ ਦਿਨ ਰਾਤ ਜੀਵ ਦੇ ਅੰਦਰ ਚਿੰਤਾ ਲੱਗੀ, ਫਿਕਰ ਲੱਗਿਆ, ਤੇ ਦਿਨ ਰਾਤ ਇਹਦੀ ਖਾਤਰ ਕਰਮ ਕਰਦਾ ਹੈ। ਤੇ ਸੱਚੇ ਪਾਤਸ਼ਾਹ ਕਹਿੰਦੇ ਵੀ ਜਿਹੜਾ ਤੁਹਾਡਾ ਅਸਲ ਘਰ ਹੈ, ਜੋ ਤੁਹਾਡਾ ਦੇਸ਼ ਹੈ, ਜਿੱਥੇ ਜਾ ਕੇ ਅਸੀਂ ਸਦਾ ਵਸਣਾ, ਸਦਾ ਉੱਥੇ ਰਹਿਣਾ, ਉਸੇ ਦੀ ਕਹਿੰਦੇ ਤੁਸੀਂ ਚਿੰਤਾ ਫਿਕਰ ਕਰਦੇ ਹੀ ਨਹੀਂ। ਬਈ ਅਸੀਂ ਉਹ ਵੀ ਘਰ ਦੇਖ ਲਈਏ ਜਿੱਥੇ ਅਸੀਂ ਜਾ ਕੇ ਸਦਾ ਵਸਣਾ, ਜਿੱਥੇ ਸਦਾ ਸੁੱਖ ਹੀ ਸੁੱਖ ਹੈ। ਜਿਹੜਾ ਘਰ ਅਸੀਂ ਛੱਡ ਜਾਣਾ, ਹਾਲਾਂਕਿ ਰੋਜ਼ ਹੀ ਛੱਡ ਜਾਂਦੇ, ਰਾਤ ਨੂੰ ਜਦੋਂ ਆਪਾਂ ਸੌਂ ਜਾਂਦੇ ਇਹਨੂੰ ਖਾਲੀ ਕਰ ਦਿੰਦੇ, ਛੱਡ ਦਿੰਦੇ, ਤੇ ਇੱਕ ਦਿਨ ਅਸੀਂ ਸਦਾ ਵਾਸਤੇ ਇਹਨੂੰ ਖਾਲੀ ਕਰ ਦੇਣਾ, ਛੱਡ ਜਾਣਾ। ਤੇ ਮਹਾਰਾਜ ਕਹਿੰਦੇ ਜਿਹੜਾ ਘਰ ਛੱਡ ਜਾਣਾ ਹੈ, ਉਹਦੀ ਕੀਤੀ ਹੋਈ ਚਿੰਤਾ ਵਿਅਰਥ ਹੈ, ਉਹਦਾ ਸਾਨੂੰ ਕੋਈ ਲਾਹਾ ਨਹੀਂ। ਉਹਦੀ ਚਿੰਤਾ ਦੇ ਨਾਲ ਸਾਡੇ ਮਨ 'ਤੇ ਇਹ ਮੈਲ ਚੜ੍ਹਦੀ, ਸੈਂਸੇ, ਫਿਕਰਾਂ ਦੀ, ਚਿੰਤਾਵਾਂ ਦੀ, ਇਹਨਾਂ ਦੇ ਵਿੱਚ ਸਾਡਾ ਮਨ ਕਮਜ਼ੋਰ ਹੋ ਜਾਂਦਾ ਹੈ। ਜੇ ਮਹਾਰਾਜ ਕਹਿੰਦੇ ਤੁਸੀਂ ਚਿੰਤਾ ਕਰਨੀ ਹੈ ਤੇ ਤੁਸੀਂ ਆਪਦੇ ਘਰ ਦੀ ਕਰੋ। ਵੀ ਜਿੱਥੇ ਅਸੀਂ ਦੇਸ਼ ਛੱਡਣ ਤੋਂ ਮਗਰੋਂ ਜਾਣਾ, ਉਹ ਘਰ ਅਸੀਂ ਦੇਖਿਆ ਨਹੀਂ। ਜੇ ਨਹੀਂ ਦੇਖਿਆ ਤੇ ਅਸੀਂ ਉਹ ਘਰ ਦੇਖ ਲਈਏ।
ਜੇ ਉਹ ਘਰ ਦੇ ਵਿੱਚ ਅਸੀਂ ਰਹਿਣ ਵਸੇਰਾ ਨਹੀਂ ਕੀਤਾ ਤੇ ਅਸੀਂ ਉਹ ਘਰ ਦੇ ਵਿੱਚ ਰਹਿਣ ਵਸੇਰਾ ਕਰ ਲਈਏ, ਉੱਥੇ ਆਉਣ ਜਾਣ ਬਣਾ ਲਈਏ। ਇਸ ਲਈ ਮਹਾਰਾਜ ਫਰਮਾਉਂਦੇ, ਜੋ ਘਰ ਛੱਡ ਗਵਾਵਣਾ ਸੋ ਲੱਗਾ ਮਨ ਮਾਹੀ, ਜਿੱਥੇ ਜਾਏ ਤਦ ਵਰਤਣਾ ਤਿਸ ਕੀ ਚਿੰਤਾ ਨਾਹੀਂ। ਸੱਚੇ ਪਾਤਸ਼ਾਹ ਕਹਿੰਦੇ ਵੀ ਜਿੱਥੇ ਜਾ ਕੇ ਤੁਸੀਂ ਸਦਾ ਰਹਿਣਾ, ਸਦਾ ਵਸਣਾ, ਉਹਦੀ ਚਿੰਤਾ, ਉਹਦੀ ਫਿਕਰ ਤੁਸੀਂ ਕਰਦੀ ਕੋਈ ਨਹੀਂ ਹੈ। ਸੋ ਇਸ ਵਾਸਤੇ ਫਿਰ ਆਪਾਂ ਨੂੰ ਸਮਝਾਉਂਦੇ ਵੀ ਇੱਧਰ ਇਹ ਮਾਇਆ ਸਾਨੂੰ ਭਰਮ ਦੇ ਵਿੱਚ ਪਾਉਂਦੀ ਹੈ। ਮਾਇਆ ਦੇ ਵਿੱਚ ਜਦੋਂ ਸਾਡਾ ਮਨ ਆ ਕੇ ਸੌਂ ਜਾਂਦਾ, ਭਰਮ ਦੇ ਵਿੱਚ ਪੈ ਜਾਂਦਾ, ਫਿਰ ਐਸਾ ਭਰਮ ਸਾਨੂੰ ਪੈਂਦਾ ਵੀ ਅਸੀਂ ਇਹਦੇ ਬਾਰੇ ਹੀ, ਸਰੀਰ ਬਾਰੇ ਹੀ ਸੋਚੀ ਜਾਂਦੇ ਹਾਂ, ਇਸ ਲੋਕ ਬਾਰੇ ਹੀ ਸੋਚੀ ਜਾਂਦੇ ਹਾਂ। ਜੋ ਸਾਡਾ ਅਸਲ ਘਰ ਹੈ, ਸਾਡਾ ਦੇਸ਼, ਉੱਧਰੋਂ ਸਾਡੀ ਸੋਚ ਹੈ ਜਿਹੜੀ ਉਹ ਬੰਦ ਕਰ ਦਿੰਦੇ। ਸੋ ਐਸੀ ਅਵਸਥਾ ਦੇ ਵਿੱਚ ਹੁਣ ਸਤਿਗੁਰੂ ਫਿਰ ਆਪਾਂ ਨੂੰ ਸਮਝਾਉਂਦੇ ਮਨ ਨੂੰ ਵੀ ਇਹ ਪ੍ਰਾਣੀ ਤੂੰ ਇੱਥੇ ਆਇਆ ਲਾਹਾ ਖੱਟਣ ਵਾਸਤੇ, ਤੂੰ ਇੱਥੇ ਸੰਸਾਰ ਦੇ ਵਿੱਚ ਇੱਥੇ ਦਾ ਹੀ ਬਣ ਕੇ ਰਹਿ ਗਏ ਹੈ, ਤੂੰ ਇੱਥੇ ਦੀਆਂ ਚਿੰਤਾ ਫਿਕਰਾਂ ਕੀਤੀ ਜਾਂਦਾ ਹੈ, ਤੂੰ ਆਪਦੇ ਦੇਸ਼ ਆਪਦੇ ਘਰ ਵਾਪਸ ਆ, ਤੂੰ ਇੱਥੇ ਦਾ ਰਹਿਣ ਦਾ, ਤੂੰ ਇੱਥੇ ਦਾ ਵਾਸੀ ਨਹੀਂ ਇਸ ਲੋਕ ਦਾ, ਤੇਰਾ ਜਿਹੜਾ ਦੇਸ਼ ਤੇਰਾ ਘਰ ਹੈ ਤੂੰ ਉੱਥੇ ਆ। ਹੁਣ ਉੱਥੇ ਦਾ ਸਾਨੂੰ ਭੇਤ ਨਹੀਂ ਆਉਂਦਾ ਆਪਦੇ ਆਪ। ਫਿਰ ਮਾਲਕ ਦੇਖਦੇ ਵੀ ਜਦੋਂ ਅਸੀਂ ਬਿਲਕੁਲ ਹੀ ਭੁੱਲ ਗਏ ਇੱਧਰ ਆ ਕੇ ਪਰਦੇਸ ਦੇ ਵਿੱਚ ਇੱਥੇ ਦੇ ਵਾਸੀ ਬਣ ਕੇ ਰਹਿ ਗਏ, ਫਿਰ ਮਾਲਕ ਸਮੇਂ ਸਮੇਂ ਸਿਰ ਗੁਰਮੁਖਾਂ ਨੂੰ ਭੇਜਦਾ ਰਹਿੰਦਾ। ਮਹਾਂਪੁਰਖ ਆਉਂਦੇ, ਅਵਤਾਰ ਆਉਂਦੇ, ਜਿਵੇਂ ਸਾਰੇ ਯੁੱਗਾਂ ਦੇ ਵਿੱਚ ਅਵਤਾਰ ਆਉਂਦੇ ਰਹੇ। ਕਲਯੁੱਗ ਦੇ ਸਮੇਂ ਵਿੱਚ ਭਗਤ ਜਨ ਆਏ, ਗੁਰੂ ਸਾਹਿਬ ਆਏ। ਇਹ ਸਾਨੂੰ ਫਿਰ ਜੀਵਨ ਨੂੰ ਸੰਦੇਸ਼ਾ ਮਾਲਕ ਦੇ ਕੇ ਭੇਜਦਾ ਤੇ ਉਹ ਸੰਦੇਸ਼ਾ ਮਾਲਕ ਦਾ ਆ ਕੇ ਆਪਾਂ ਨੂੰ ਸੁਣਾਉਂਦੇ ਬਈ ਜੋ ਸਾਨੂੰ ਪਰਮਾਤਮਾ ਕਹਿਣਾ ਚਾਹੁੰਦੇ ਨਿਰੰਕਾਰ, ਸਿੱਧਾ ਤਾਂ ਸਾਨੂੰ ਹੁਣ ਉਹਨਾਂ ਦੀ ਸਮਝ ਨਹੀਂ ਲੱਗਦੀ ਵੀ ਕੀ ਕਹਿੰਦੇ ਨੇ। ਫਿਰ ਉਹ ਗੁਰਮੁਖਾਂ ਦੇ ਮੁਖ ਰਾਹੀਂ ਜੋ ਸਾਨੂੰ ਉਪਦੇਸ਼ ਦੇਣਾ ਚਾਹੁੰਦੇ, ਜੋ ਸਾਨੂੰ ਸਮਝਾਉਣਾ ਚਾਹੁੰਦੇ, ਉਹਨਾਂ ਦੇ ਮੁਖ ਰਾਹੀਂ ਸਮਝਾਉਂਦੇ। ਇਸ ਲਈ ਗੁਰੂ ਨਾਨਕ ਦੇਵ ਜੀ ਸਮਝਾਉਂਦੇ ਵੀ ਅਸੀਂ ਆਪਦੇ ਕੋਲੋਂ ਕੁਝ ਨਹੀਂ, ਜੋ ਮਾਲਕ ਦਾ ਹੁਕਮ ਹੁੰਦਾ ਉਹੀਓ ਸਾਨੂੰ ਆ ਕੇ ਸੁਣਾਉਂਦੇ। ਮਾਰੇ ਫਰਮਾਉਂਦੇ ਜੈਸੀ ਮੈਂ ਆਵੇ ਖਸਮ ਕੀ ਬਾਣੀ, ਤੈਸੜਾ ਕਰੀ ਗਿਆਨ ਵੇ ਲਾਲੋ। ਵੀ ਜੋ ਮਾਲਕ ਸਾਨੂੰ ਜੀਵਨ ਨੂੰ ਕਹਿਣਾ ਚਾਹੁੰਦਾ ਉਹ ਫਿਰ ਗੁਰਮੁਖਾਂ ਦੇ ਮੁਖ ਰਾਹੀਂ ਕਹਿੰਦਾ। ਇਸੇ ਕਰਕੇ ਉਹਨਾਂ ਨੂੰ ਕਹਿੰਦੇ ਗੁਰਮੁਖ, ਗੁਰੂ ਦਾ ਮੁਖ। ਬਈ ਜੋ ਮਾਲਕ ਕਹਿਣਾ ਚਾਹੁੰਦਾ ਉਹਨਾਂ ਦੇ ਮੁਖ ਰਾਹੀਂ ਬੋਲਦਾ, ਉਹਨਾਂ ਦੀ ਰਸਨਾ ਤੇ ਆਪ ਬੋਲਦਾ। ਇਸ ਵਾਸਤੇ ਫਿਰ ਆਪਾਂ ਨੂੰ ਸਮਝਾਉਂਦੇ ਵੀ ਪਰਮਾਤਮਾ ਕਿੱਥੇ ਵਸਦਾ, ਕਹਿੰਦੇ ਸੰਤਾਂ ਸਾਧੂਆਂ ਦੀ ਰਸਨਾ 'ਚ। ਪ੍ਰਭ ਜੀ ਵਸੇ ਸਾਧਕੀ ਰਸਨਾ, ਬਈ ਉਹਨਾਂ ਦੀ ਰਸਨਾ ਤੇ ਆਪ ਬੋਲਦਾ, ਆਪ ਵਚਨ ਕਰਦਾ। ਜੋ ਆਪਾਂ ਨੂੰ ਉਪਦੇਸ਼ ਦੇਣਾ ਚਾਹੁੰਦੇ ਫਿਰ ਉਹ ਆਪ ਉਹਨਾਂ ਦੇ ਮੁਖ ਰਾਹੀਂ ਉਪਦੇਸ਼ ਦਿੰਦੇ। ਜਦੋਂ ਫਿਰ ਮਾਲਕ ਸਾਨੂੰ ਉਪਦੇਸ਼ ਦਿੰਦੇ ਉਹ ਸਾਡੇ ਸਾਰਿਆਂ ਵਾਸਤੇ ਸਾਂਝਾ ਹੁੰਦਾ, ਸਾਰੀ ਲਕਾਈ ਵਾਸਤੇ। ਉਹ ਕਿਸੇ ਇੱਕ ਵਾਸਤੇ ਨਹੀਂ ਹੁੰਦਾ, ਸਾਰਿਆਂ ਲਈ ਸਾਂਝਾ ਹੁੰਦਾ। ਜਿੰਨੇ ਵੀ ਜੀਵ ਸੰਸਾਰ ਦੇ ਵਿੱਚ ਆਏ ਉਹਨਾਂ ਸਾਰਿਆਂ ਵਾਸਤੇ। ਜਿਵੇਂ ਗੁਰੂ ਨਾਨਕ ਦੇਵ ਜੀ ਜਦੋਂ ਸੰਸਾਰ 'ਚ ਆਏ ਉਦੋਂ ਜੀਵ 4 ਵਰਨਾਂ ਦੇ ਵਿੱਚ ਵੰਡੇ ਹੋਏ ਸੀ। ਕੁਝ ਜੀਵ ਆਪਦੇ ਆਪ ਨੂੰ ਬ੍ਰਾਹਮਣ ਕਹਿੰਦੇ, ਕੁਝ ਕਸ਼ਤਰੀ, ਕੁਝ ਸ਼ੂਦਰ ਤੇ ਵੈਸ। ਤੇ ਜਿਹੜੇ ਬ੍ਰਾਹਮਣ ਉਹ ਆਪਦੇ ਆਪ ਨੂੰ ਸਭ ਤੋਂ ਉੱਤਮ ਸਮਝਦੇ ਵੀ ਅਸੀਂ ਸਭ ਤੋਂ ਸ੍ਰੇਸ਼ਟ। ਕਸ਼ਤਰੀ ਇਹਨੂੰ ਆਪਦੀ ਰੱਖਿਆ ਵਾਸਤੇ ਰੱਖਦੇ, ਤੇ ਜਿਹੜੇ ਸ਼ੂਦਰ ਤੇ ਵੈਸ਼ ਉਹਨਾਂ ਨੂੰ ਕਹਿੰਦੇ ਨੀਚ ਨੇ, ਉਹਨਾਂ ਨੂੰ ਪਾਸੇ ਰੱਖਦੇ, ਉਹਨਾਂ ਦਾ ਪਰਛਾਵਾਂ ਮਨਾਵਦੇ ਉੱਤੇ ਪੈਣ ਦਿੰਦੇ ਵੀ ਨਾ ਤਾਂ ਇਹ ਭਗਤੀ ਕਰ ਸਕਦੇ, ਇਹ ਨੀਚ ਨੇ, ਨਾ ਇਹ ਧਾਰਮਿਕ ਸਥਾਨਾਂ 'ਤੇ ਜਾ ਸਕਦੇ। ਉਸ ਸਮੇਂ ਬਹੁਤ ਜ਼ਿਆਦਾ ਈਰਖਾ ਨਫ਼ਰਤ ਕਰਦੇ ਸੀ।
ਗੁਰੂ ਨਾਨਕ ਦੇਵ ਜੀ ਨੇ ਫਿਰ ਆ ਕੇ ਸਮਝਾਇਆ। ਉਹਨਾਂ ਨੇ ਫਿਰ ਆਪਾਂ ਨੂੰ ਸਰੀਰ ਦੀ ਉਦਾਹਰਨ ਦੇ ਕੇ ਦੱਸਿਆ ਬਈ ਜੇ ਤੁਸੀਂ ਬ੍ਰਹਮ ਦਾ ਗਿਆਨ ਰੱਖਦੇ ਹੋ, ਬ੍ਰਹਮ ਕਹਿੰਦੇ ਵਾਹਿਗੁਰੂ ਨੂੰ, ਨਿਰੰਕਾਰ ਨੂੰ, ਤੇ ਜੇ ਤੁਹਾਨੂੰ ਬ੍ਰਹਮ ਦਾ ਗਿਆਨ ਹੈ, ਸੋਝੀ ਮਾਲਕ ਦੀ, ਫਿਰ ਤੁਹਾਡਾ ਇਹ ਜਿਹੜਾ ਮੁੱਖ ਹੈ, ਮੁੱਖ ਬ੍ਰਾਹਮਣ, ਬਈ ਤੁਸੀਂ ਇਸ ਮੁੱਖ ਰਾਹੀਂ ਜੇ ਬ੍ਰਹਮ ਦੀ ਵਿਚਾਰ ਕਰਦੇ, ਮਾਲਕ ਦੇ ਗੁਣ ਗਾਉਂਦੇ, ਉਹਦੀ ਉਸਤਤ ਕਰਦੇ, ਤੇ ਤੁਹਾਡਾ ਮੁੱਖ ਬ੍ਰਾਹਮਣ, ਜਿਹੜੇ ਤੁਹਾਡੀਆਂ ਬਾਹਾਂ ਬਾਜੂ ਇੱਕ ਛਤਰੀ ਨੇ ਰੱਖਿਆ ਵਾਸਤੇ, ਜਿਹੜੀਆਂ ਤੁਹਾਡੀਆਂ ਜਾਂਘਾਂ ਇਹ ਸ਼ੂਦਰ ਤੇ ਤੁਹਾਡੇ ਪੈਰ ਨੇ ਜਿਹੜੇ ਵੈਸ ਨੇ, ਜੇ ਤੁਸੀਂ ਇਹਨਾਂ ਦੇ ਵਿੱਚੋਂ ਇੱਕ ਚੀਜ਼ ਨੂੰ ਵੀ ਪਾਸੇ ਕਰੋਗੇ ਤੇ ਤੁਹਾਡਾ ਸੰਤੁਲਨ ਸਹੀ ਨਹੀਂ ਰਹੇਗਾ, ਤੁਸੀਂ ਚੱਲ ਨਹੀਂ ਸਕੋਗੇ। ਪੈਰ ਕੱਟ ਦਿਓਗੇ ਤੇ ਤੁਸੀਂ ਇੱਕ ਥਾਂ ਤੇ ਪਏ ਰਹੋਗੇ, ਕਿਵੇਂ ਚੱਲੋਗੇ? ਲੱਤਾਂ ਵੱਢ ਦੋਗੇ ਤੇ ਇੱਕ ਥਾਂ ਤੇ ਪਏ ਰਹੋਗੇ, ਬਾਹਾਂ ਵੱਢ ਦੋਗੇ ਤੇ ਕੋਈ ਕੰਮ ਕਰ ਨਹੀਂ ਤੁਸੀਂ ਕਰ ਸਕੋਗੇ। ਇਸ ਤਰ੍ਹਾਂ ਫਿਰ ਮਹਾਰਾਜ ਸੱਚੇ ਪਾਤਸ਼ਾਹ ਨੇ ਸਾਰਾ ਉਪਦੇਸ਼ ਜਿਹੜਾ ਚੌਂ ਵਰਨਾਂ ਨੂੰ ਫਿਰ ਸਾਂਝਾ ਦਿੱਤਾ। ਮਹਾਰਾਜ ਕਹਿੰਦੇ ਖੱਤਰੀ, ਬ੍ਰਾਹਮਣ, ਸੂਦ, ਵੈਸ, ਉਪਦੇਸ਼ ਚੌਂ ਵਰਨਾਂ ਕੋ ਸਾਂਝਾ, ਕਿ ਸਾਰਿਆਂ ਲਈ ਸਾਂਝਾ। ਇਹ ਨਹੀਂ ਬਈ ਇਕੱਲੇ ਜਿਹੜੇ ਆਪਦੇ ਆਪ ਨੂੰ ਉੱਤਮ ਸਮਝਦੇ ਬ੍ਰਾਹਮਣ ਬਈ ਉਹਨਾਂ ਵਾਸਤੇ, ਜਾਂ ਕਸ਼ਤਰੀਆਂ ਵਾਸਤੇ, ਜਾਂ ਸ਼ੂਦਰ ਵੈਸ ਵਾਸਤੇ, ਸਾਰਿਆਂ ਲਈ। ਬਈ ਜਿਹੜਾ ਵੀ ਜੀਵ ਮਾਨਸ ਜਾਮੇ ਵਿੱਚ ਆਇਆ ਉਸ ਨੂੰ ਮਹਾਰਾਜ ਸੱਚੇ ਪਾਤਸ਼ਾਹ ਸੰਬੋਧਨ ਕਰਕੇ ਸਮਝਾਉਂਦੇ ਮਨ ਨੂੰ ਬਈ ਹੁਣ ਤੂੰ ਇਹ ਜਿਹੜਾ ਤੈਨੂੰ ਜੀਵਨ ਮਿਲਿਆ ਮਾਨਸ ਜਾਮਾ, ਇਹਦੇ ਵਿੱਚ ਰਹਿੰਦੇ ਰਹਿੰਦੇ ਤੂੰ ਆਪਣੇ ਆਪੇ ਦੀ ਪਹਿਚਾਣ ਕਰ ਲੈ ਤੇ ਇੱਕ ਨਿਰੰਕਾਰ ਦੀ ਪਹਿਚਾਣ ਕਰ ਲੈ, ਉਹਦੇ ਨਾਲ ਮਿਲਾਪ ਕਰ ਲੈ। ਇਸ ਲਈ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵੀ ਫਰਮਾਉਂਦੇ ਮਾਨਸ ਕੀ ਜਾਤ ਸਭੇ ਏਕੇ ਪਹਿਚਾਨਬੋ, ਬਈ ਸਾਰੇ ਤੁਸੀਂ ਮਾਨਸ ਜਿਹੜੇ ਵੀ ਜੀਵ ਮਾਨਸ ਜਾਮੇ ਵਿੱਚ ਆਏ ਉਹ ਸਾਰਿਆਂ ਨੂੰ ਸਾਂਝਾ ਉਪਦੇਸ਼ ਕਰਦੇ ਵੀ ਹੁਣ ਤੁਸੀਂ ਸਾਰੇ ਇੱਕ ਮਾਲਕ ਦੀ ਪਹਿਚਾਣ ਕਰੋ, ਤੁਸੀਂ ਇੱਕੋ ਮਾਤਾ ਪਿਤਾ ਦੇ ਬੱਚੇ। ਹੁਣ ਜੋ ਆਪਣਾ ਮਾਤਾ ਪਿਤਾ ਹੈ ਉਹਦਾ ਕੋਈ ਰੂਪ ਰੰਗ, ਕੋਈ ਰੇਖ ਭੇਖ, ਕੋਈ ਜਾਤ ਪਾਤ ਨਹੀਂ ਹੈ, ਉਹ ਨਿਰੋਲ ਪ੍ਰਕਾਸ਼ ਰੂਪ ਹੈ। ਜਿਸ ਵਰਤਾਏ ਆਪਾਂ ਨੂੰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਰੋਜ਼ ਫਰਮਾਉਂਦੇ ਚੱਕਰ ਚਿਹਨ ਔਰ ਵਰਨ ਜਾਤ ਔਰ ਪਾਤ ਨਹੀਂ ਜੀ, ਰੂਪ ਰੰਗ ਔਰ ਰੇਖ ਭੇਖ ਕਉ ਕਹਿ ਨਾ ਸਕਤ ਕੇ, ਅਚਲ ਮੂਰਤ ਅਨੁਭਵ ਪ੍ਰਕਾਸ਼ ਅਮਤੋਜ ਕਹੀਛੇ। ਬਈ ਜੋ ਸਾਡਾ ਮਾਤਾ ਪਿਤਾ ਉਹਦਾ ਕੋਈ ਰੂਪ ਰੰਗ, ਕੋਈ ਰੇਖ ਭੇਖ, ਕੋਈ ਚੱਕਰ ਚੇਨ, ਕੋਈ ਵਰਨ ਜਾਤ ਨਹੀਂ ਹੈ ਉਸਦੀ। ਹੁਣ ਜਿਹੜੀ ਜਾਤ ਮਾਤਾ ਪਿਤਾ ਦੀ ਹੋਵੇ ਉਹੀ ਬੱਚੇ ਦੀ ਮੰਨੀ ਜਾਂਦੀ, ਜਿਵੇਂ ਆਪਾਂ ਸੰਸਾਰ 'ਚ ਕਹਿੰਦੇ। ਹੁਣ ਜੋ ਆਪਣਾ ਮਾਤਾ ਪਿਤਾ ਉਹਦੀ ਤਾਂ ਕੋਈ ਜਾਤ ਹੈ ਹੀ ਨਹੀਂ ਹੈ। ਇਸ ਲਈ ਮਹਾਰਾਜ ਕਹਿੰਦੇ ਜਾਤੇ ਨਾ ਪਾਤੇ, ਵੀ ਨਾ ਉਹਦੀ ਕੋਈ ਜਾਤ ਹੈ। ਸੋ ਇਸ ਅਵਸਥਾ 'ਚ ਫਿਰ ਆਪਾਂ ਨੂੰ ਸਮਝਾਉਂਦੇ ਵੀ ਜਦੋਂ ਆਪਾਂ ਵੀ ਮਾਲਕ ਦੇ ਨਾਲ ਜੁੜ ਜਾਂਗੇ, ਨਿਰੰਕਾਰ ਦੇ ਨਾਲ, ਫਿਰ ਇਹਨਾਂ ਚੀਜ਼ਾਂ ਤੋਂ ਜਿਨ੍ਹਾਂ ਦੇ ਵਿੱਚ ਅਸੀਂ ਤ੍ਰੈ ਗੁਣਾਂ 'ਚ ਫਸੇ ਹਾਂ, ਫਿਰ ਅਸੀਂ ਇਹਨਾਂ ਤੋਂ ਉੱਪਰ ਉੱਠ ਜਾਂਦੇ ਹਾਂ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਵੀ ਇਹ ਤਾਂ ਸੰਸਾਰ ਦੇ ਵਿੱਚ ਅਗਿਆਨਤਾ ਦੇ ਵਿੱਚ ਜੀਵਾਂ ਨੇ ਵੱਖੋ ਵੱਖਰੇ ਧਰਮ ਬਣਾ ਲਏ, ਆਪੋ ਆਪਣੇ ਆਪ ਦੀ ਮੱਤ ਦੁਆਰਾ ਵੱਖੋ ਵੱਖਰੀਆਂ ਜਾਤਾਂ ਬਣਾ ਲਈਆਂ, ਜਾਤਾਂ ਦੇ ਵਿੱਚ ਵੰਡੇ ਗਏ। ਤੇ ਸਤਿਗੁਰੂ ਆਪਾਂ ਨੂੰ ਸਮਝਾਉਂਦੇ ਬਈ ਜਿਵੇਂ ਸੰਸਾਰ ਦੇ ਵਿੱਚ ਜੀਵ ਹਉਮੈ ਕਰਦਾ, ਹੰਕਾਰ ਕਰਦਾ, ਕਿਸੇ ਨੂੰ ਹੰਕਾਰ ਵੀ ਸਾਡੀ ਜਾਤ ਬੜੀ ਉੱਚੀ ਹੈ ਜੀ, ਬਈ ਇਹ ਦੂਸਰੇ ਨੀਵੀਂ ਜਾਤ ਦੇ ਨੇ ਤੇ ਸਾਡੀ ਜਾਤ ਸ੍ਰੇਸ਼ਟ ਹੈ, ਸਾਡੀ ਜਾਤ ਉੱਚੀ, ਅਸੀਂ ਉੱਚੀ ਜਾਤ ਦੇ। ਗੁਰੂ ਸਾਹਿਬ ਕਹਿੰਦੇ ਵੀ ਜਿਹੜਾ ਜੀਵ ਨਾਮ ਦੇ ਨਾਲ ਨਹੀਂ ਜੁੜਿਆ, ਨਾਮ ਤੋਂ ਟੁੱਟਿਆ ਹੋਇਆ ਹੈ, ਉਹਨਾਂ ਦੀ ਜਿਹੜੀ ਜਾਤ ਉਹ ਸਭ ਤੋਂ ਨੀਵੀਂ।
ਉਹ ਮਹਾਰਾਜ ਕਹਿੰਦੇ ਵੈਸ਼ਟਾ ਦੇ ਗੰਦਗੀ ਦੇ ਕੀੜੇ ਬਣ ਗਏ। ਮਹਾਰਾਜ ਦੱਸਦੇ ਬੈਨ ਨਾਮੇ ਸਭ ਨੀਚ ਜਾਤ ਹੈ ਵੈਸ਼ਟਾ ਕਾ ਕੀੜਾ ਹੋਏ। ਸੱਚੇ ਪਾਤਸ਼ਾਹ ਕਹਿੰਦੇ ਨਾਮ ਤੋਂ ਬਿਨਾਂ ਇਹ ਗੰਦਗੀ ਦੇ ਕੀੜੇ ਬਣ ਗਏ। ਨਾਮ ਤੋਂ ਬਿਨਾਂ ਇਹਨਾਂ ਦੀ ਜਾਤ ਨੀਵੀਂ, ਇਹ ਨੀਵੀਂ ਜਾਤ ਦੇ ਇਹਨਾਂ ਦਾ ਜਿਹੜਾ ਜੀਵਨ ਉਹ ਧਰਿਕ ਹੈ। ਐਸੀ ਅਵਸਥਾ ਦੇ ਵਿੱਚ ਫਿਰ ਆਪਾਂ ਨੂੰ ਦੱਸਦੇ ਵੀ ਸ੍ਰੇਸ਼ਟ ਉਹੀਓ ਗੁਰਮੁਖ ਨੇ ਜਿਹੜੇ ਨਾਮ ਦੇ ਨਾਲ ਜੁੜ ਗਏ। ਜਿਹੜੇ ਨਾਮ ਨਾਲ ਜੁੜ ਗਏ ਉਹ ਉੱਤਮ ਹੋ ਗਏ, ਉਹ ਸ੍ਰੇਸ਼ਟ ਹੋ ਗਏ। ਇਸੇ ਕਰਕੇ ਆਪਾਂ ਭਗਤਾਂ ਦਾ ਜੀਵਨ ਦੇਖਦੇ ਹਾਂ। ਉਸ ਸਮੇਂ ਜੀਵ ਭਗਤਾਂ ਦੇ ਨਾਲ ਵੀ ਬਹੁਤ ਵੈਰ ਵਿਰੋਧ ਰੱਖਦੇ ਸੀ, ਦੁਵਿਧਾ ਰੱਖਦੇ ਸੀ। ਜਿਵੇਂ ਭਗਤ ਕਬੀਰ ਜੀ, ਭਗਤ ਨਾਮਦੇਵ ਜੀ। ਹੁਣ ਉਸ ਸਮੇਂ ਵੀ ਇਹਨਾਂ ਨੂੰ ਇਹ ਹੁਕਮ ਨਹੀਂ ਸੀ ਵੀ ਇਹ ਮੰਦਿਰਾਂ ਦੇ ਵਿੱਚ ਚਲੇ ਜਾਣ ਜਾਂ ਧਾਰਮਿਕ ਸਥਾਨਾਂ 'ਤੇ ਚਲੇ ਜਾਣ, ਕਿਉਂਕਿ ਉਹਨਾਂ ਨੂੰ ਕਹਿੰਦੇ ਸੀ ਵੀ ਇਹ ਸ਼ੂਦਰ ਨੇ, ਨੀਵੀਂ ਜਾਤ ਦੇ ਨੇ, ਇਹ ਕਰ ਨਹੀਂ ਸਕਦੇ। ਇਸੇ ਤਰ੍ਹਾਂ ਹੀ ਭਗਤ ਨਾਮਦੇਵ ਜੀ ਦਾ ਸ਼ਬਦ ਆਉਂਦਾ ਵੀ ਉਹ ਜਦੋਂ ਮੰਦਰ ਦੇ ਵਿੱਚ ਗਏ ਤੇ ਉਹਨਾਂ ਨੂੰ ਬਾਂਹ ਪਕੜ ਕੇ ਉਹਨਾਂ ਨੇ ਬਾਹਰ ਕੱਢਤਾ ਬ੍ਰਾਹਮਣਾਂ ਨੇ, ਵੀ ਤੂੰ ਇਸੇ ਨਹੀਂ ਆ ਸਕਦਾ। ਤੇ ਜਦੋਂ ਭਗਤ ਨਾਮਦੇਵ ਜੀ ਬਾਹਰ ਗਏ ਤੇ ਫਿਰ ਉਹਨਾਂ ਨੇ ਉੱਥੇ ਹੀ ਬੈਠ ਕੇ ਮਾਲਕ ਦੇ ਗੁਣ ਗਾਉਣੇ ਸ਼ੁਰੂ ਕੀਤੇ। ਤੇ ਮਾਲਕ ਫਿਰ ਆਪਦੇ ਭਗਤਾਂ ਦੀ ਇੱਜ਼ਤ ਵੱਧ ਰੱਖਦਾ ਹੋਇਆ ਉਹਨੇ ਉਹ ਜਿਹੜਾ ਮੰਦਿਰ ਦੇਰ ਸੀ ਉਹ ਘੁਮਾ ਦਿੱਤਾ ਸਾਰਾ। ਜਿਸ ਨੂੰ ਮਾਰੇ ਫਿਰ ਦੱਸਦੇ ਕਹਿੰਦੇ ਜਿਉਂ ਜਿਉਂ ਨਾਮਾ ਹਰ ਗੁਣ ਉਚਰੇ ਭਗਤ ਜਨਾਂ ਕੋ ਦੇਹੁਰਾ ਫੇਰੇ। ਬਈ ਮਾਲਕ ਹੈ ਜਿਹੜਾ ਉਹ ਇਹ ਨਹੀਂ ਦੇਖਦਾ ਵੀ ਕਿਸੇ ਦੀ ਕੀ ਨੀਵੀਂ ਜਾਤ ਹੈ ਜਾਂ ਇਹਦੀ ਜਾਤ ਉੱਚੀ ਹੈ, ਉਹ ਸਿਰਫ ਸਾਡੀ ਪ੍ਰੇਮਾ ਭਗਤੀ ਦੇਖਦਾ। ਕਿਉਂਕਿ ਇਹ ਤਾਂ ਅਸੀਂ ਅਗਿਆਨਤਾ ਦੇ ਵਿੱਚ ਦੁਵਿਧਾ ਵਸ ਹੋ ਕੇ ਜੀਵ ਇਹ ਸਾਰਾ ਕੁਛ ਕਰਦੇ ਹਾਂ। ਸੋ ਇਸ ਵਾਸਤੇ ਫਿਰ ਮਾਲਕ ਨੇ ਸਮੇਂ ਸਮੇਂ ਮੁਤਾਬਕ ਫਿਰ ਜਿਨ੍ਹਾਂ ਨੇ ਮਾਲਕ ਦੀ ਬੰਦਗੀ ਕੀਤੀ, ਫਿਰ ਮਾਲਕ ਨੇ ਉਹਨਾਂ ਨੂੰ ਪੈਠ ਨਹੀਂ ਦਿਖਾਈ, ਉਹਨਾਂ ਦੀ ਸਮੇਂ ਸਮੇਂ ਮੁਤਾਬਕ ਮਾਲਕ ਨੇ ਰੱਖਿਆ ਕੀਤੀ। ਉਹਨਾਂ ਦੀ ਜਿਹੜੀ ਇੱਜ਼ਤ ਪੱਤ ਸੀ ਉਹ ਰੱਖੀ, ਉਹਨਾਂ ਦਾ ਸਤਿਕਾਰ ਵਧਾਇਆ। ਸੋ ਇਸ ਵਾਸਤੇ ਫਿਰ ਆਪਾਂ ਨੂੰ ਸਮਝਾਉਂਦੇ ਵੀ ਸਾਰੇ ਯੁੱਗਾਂ 'ਚ ਹੀ ਮਾਲਕ ਨੇ ਭਗਤ ਪੈਦਾ ਕੀਤੇ ਤੇ ਉਹਨਾਂ ਦੀ ਜਿਹੜੀ ਮਾਲਕ ਲਾਜ ਰੱਖਦਾ ਹੀ ਹੈ। ਹਰ ਜੁਗ ਜੁਗ ਭਗਤ ਪਾਇਆ ਪੈਜ ਰੱਖਦਾ ਆ ਰਾਮ ਰਾਜੀ। ਆਪਾਂ ਨੂੰ ਫਿਰ ਸਮਝਾਉਂਦੇ ਵੀ ਇਹ ਹੈ ਖੇਲ ਪ੍ਰੇਮ ਦਾ, ਇਹ ਪ੍ਰੇਮਾ ਭਗਤੀ ਹੈ। ਮਾਲਕ ਜੋ ਸਾਡਾ ਮਾਤਾ ਪਿਤਾ ਉਹ ਸਾਡੇ ਅੰਦਰ ਪ੍ਰੇਮ ਦੇਖਦਾ, ਇਹਨਾਂ ਦੇ ਅੰਦਰ ਕਿੰਨਾ ਕੁ ਪ੍ਰੇਮ ਹੈ। ਹੁਣ ਇਹ ਜਿਹੜਾ ਪ੍ਰੇਮ ਸਾਡੇ ਅੰਦਰ ਫਿਰ ਸਤ ਸੰਗਤ ਤੋਂ ਬਿਨਾਂ ਇਹ ਪ੍ਰਗਟ ਹੁੰਦਾ ਨਹੀਂ, ਸਾਨੂੰ ਭੇਤ ਨਹੀਂ ਆਉਂਦਾ ਆਪਦੇ ਆਪ। ਇਸ ਲਈ ਮਹਾਰਾਜ ਕਹਿੰਦੇ ਸਾਧ ਸੰਗਤ ਬਿਨ ਭਾਵ ਨਹੀਂ ਉਪਜੇ, ਭਾਵ ਬਿਨ ਭਗਤ ਨਹੀਂ ਹੋਈ ਤੇਰੀ। ਬਈ ਜਿਹੜਾ ਸਾਡਾ ਮਨ ਹੈ ਦੋ ਤਰੀਕਿਆਂ ਦੇ ਨਾਲ ਇਕਾਗਰ ਹੁੰਦਾ, ਜ਼ਿਆਦਾ ਪ੍ਰੇਮ ਦੇ ਨਾਲ ਤੇ ਜਾਂ ਡਰ ਦੇ ਨਾਲ। ਜੇ ਸਾਨੂੰ ਡਰ ਹੋਵੇ ਤੇ ਸਾਡੇ ਫਿਰ ਵੀ ਵਿਚਾਰ ਰੁਕ ਜਾਂਦੇ। ਜਿਵੇਂ ਇੱਕਦਮ ਕੋਈ ਜੀਵ ਦਾ ਹਾਦਸਾ ਹੁੰਦਾ ਤੇ ਉਹਨੂੰ ਇੱਕਦਮ ਮੌਤ ਸਾਹਮਣੇ ਦਿਸਦੀ ਤੇ ਉਹਦੇ ਵਿਚਾਰ ਰੁਕ ਜਾਂਦੇ, ਉਹਦੇ ਜਿਹੜੇ ਫੁਰਨੇ ਇੱਕਦਮ ਰੁਕ ਜਾਂਦੇ। ਜਾਂ ਜੇ ਸਾਡਾ ਪ੍ਰੀਤ ਹੋਵੇ, ਮਾਲਕ ਦੇ ਨਾਲ ਪ੍ਰੇਮ ਹੋਵੇ ਤੇ ਸਾਨੂੰ ਫਿਰ ਵੀ ਕੋਈ ਵਿਚਾਰ ਨਹੀਂ, ਫਿਰ ਵੀ ਕੋਈ ਫੁਰਨ ਨਹੀਂ ਆਉਂਦਾ। ਹੁਣ ਜੇ ਨਾ ਤਾਂ ਸਾਡੇ ਅੰਦਰ ਪ੍ਰੇਮ ਹੈ ਤੇ ਨਾ ਸਾਡੇ ਅੰਦਰ ਭੈ ਡਰ ਹੈ ਤੇ ਫਿਰ ਸਾਡੇ ਵਿਚਾਰ ਨਹੀਂ ਰੁਕਦੇ, ਫਿਰ ਫੁਰਨੇ ਨਹੀਂ ਰੁਕਦੇ। ਇਸ ਵਾਸਤੇ ਫਿਰ ਜਦੋਂ ਆਪਾਂ ਸਤ ਸੰਗਤ ਕਰਦੇ ਹਾਂ, ਸਤ ਸੰਗਤ ਕਰਨ ਦੇ ਨਾਲ ਸਾਨੂੰ ਭੇਤ ਆਉਂਦਾ ਵੀ ਮਾਲਕ ਐਸੀ ਕੋਈ ਥਾਂ ਨਹੀਂ ਜਿੱਥੇ ਉਹ ਨਹੀਂ ਹੈ, ਹਰ ਥਾਂ 'ਤੇ ਮੌਜੂਦ ਹੈ। ਤੇ ਅਸੀਂ ਜੋ ਵੀ ਕਰਦੇ ਹਾਂ ਉਹ ਸਾਡੇ ਕੀਤੇ ਹੋਏ ਕਰਮ ਨੂੰ ਦੇਖਦਾ।
ਵੀ ਅਸੀਂ ਜੋ ਵੀ ਬੋਲਦੇ ਹਾਂ ਮਾਲਕ ਸੁਣਦਾ ਹੈ, ਅਸੀਂ ਜੋ ਵੀ ਕਰ ਰਹੇ ਹਾਂ ਉਹ ਹਰ ਸਮੇਂ ਸਾਨੂੰ ਦੇਖ ਰਿਹਾ ਹੈ। ਫਿਰ ਸਾਡਾ ਜਿਹੜਾ ਮਨ ਹੈ ਉਹ ਭੈ ਦੇ ਵਿੱਚ ਆ ਜਾਂਦਾ। ਭੈ ਦੇ ਵਿੱਚ ਆਇਆ ਹੋਇਆ ਫਿਰ ਇਹ ਕਿਸੇ ਨੂੰ ਫਿੱਕਾ ਨਹੀਂ ਬੋਲਦਾ। ਬਈ ਜੇ ਮੈਂ ਕਿਸੇ ਨੂੰ ਮਾੜਾ ਬੋਲਾਂਗਾ ਤਾਂ ਮਾਲਕ ਨੇ ਸੁਣ ਲੈਣਾ, ਤੇ ਉਦੋਂ ਹੀ ਬੋਲਦਾ ਜਦੋਂ ਇਹਨੂੰ ਭੈ ਨਹੀਂ ਹੁੰਦਾ। ਜਦੋਂ ਭੈ ਹੈ ਤੇ ਇਹਨੇ ਬੋਲਣਾ ਹੀ ਨਹੀਂ। ਜਿਵੇਂ ਬੱਚਾ ਹੁੰਦਾ ਹੈ, ਮਾਤਾ ਪਿਤਾ ਦੀ ਨਜ਼ਰਾਂ ਦਾ ਉਹਨੂੰ ਅੱਖਾਂ ਦੀ ਸਿਰਫ ਉਹਨੂੰ ਸ਼ਰਮ ਹੀ ਹੁੰਦੀ ਹੈ, ਹੋਰ ਮਾਤਾ ਪਿਤਾ ਨੇ ਕਹਿਣਾ ਥੋੜ੍ਹੀ ਕੁਛ ਹੁੰਦਾ ਹੈ। ਸਿਰਫ ਉਹ ਲਾਜ ਹੁੰਦੀ ਉਹਦੀਆਂ ਅੱਖਾਂ ਦੀ ਵੀ ਮਾਂ ਪਿਓ ਨੂੰ ਦੇਖ ਰਹੇ ਨੇ। ਇਸੇ ਤਰ੍ਹਾਂ ਹੀ ਜਦੋਂ ਫਿਰ ਆਪਾਂ ਨੂੰ ਸੋਝੀ ਆਉਂਦੀ, ਸਮਝ ਲੱਗਦੀ, ਫਿਰ ਸਾਡਾ ਜਿਹੜਾ ਮਨ ਹੈ ਇਹ ਸ਼ਰਮ ਮਹਿਸੂਸ ਕਰਦਾ ਹੈ। ਬਈ ਮੇਰਾ ਮਾਤਾ ਪਿਤਾ ਮੈਨੂੰ ਦੇਖ ਰਿਹਾ ਹੈ, ਤੇ ਜੇ ਮੈਂ ਕਿਸੇ ਨੂੰ ਫਿੱਕਾ ਬੋਲਾਂਗਾ, ਮੰਦੇ ਬੋਲ ਬੋਲਾਂਗਾ, ਤੇ ਮਾਤਾ ਪਿਤਾ ਨੂੰ ਚੰਗਾ ਨਹੀਂ ਲੱਗਣਾ। ਇਸ ਵਾਸਤੇ ਫਿਰ ਇਹ ਕਿਸੇ ਨਾਲ ਐਸੇ ਜਿਹੜੇ ਵਚਨ ਦੁਬਦਾ ਵਾਲੇ ਉਹ ਕਰਦਾ ਨਹੀਂ, ਕਿਸੇ ਦੀ ਨਿੰਦਿਆ ਨਹੀਂ ਕਰਦਾ, ਕਿਸੇ ਨਾਲ ਈਰਖਾ ਨਫ਼ਰਤ ਨਹੀਂ ਕਰਦਾ, ਹਉਮੈ ਹੰਕਾਰ ਤੋਂ ਰਹਿਤ ਹੋ ਜਾਂਦਾ ਹੈ। ਮਾਲਕ ਦਾ ਜਿਹੜਾ ਭੈ ਹੈ ਉਹ ਭੈ ਹੀ ਸਾਡੇ ਮਨ ਨੂੰ ਨਿਰਮਲ ਕਰ ਦਿੰਦਾ। ਫਿਰ ਭੈ ਤੋਂ ਅੱਗੇ ਪ੍ਰੇਮ ਪੈਦਾ ਹੁੰਦਾ। ਜਦ ਤੱਕ ਸਾਡੇ ਅੰਦਰ ਮਾਲਕ ਦਾ ਭੈ ਨਹੀਂ, ਉਹਨਾਂ ਸਮਾਂ ਸਾਡੇ ਅੰਦਰ ਫਿਰ ਪ੍ਰੇਮ ਵੀ ਪੈਦਾ ਨਹੀਂ ਹੁੰਦਾ। ਇਸ ਲਈ ਮਹਾਰਾਜ ਕਹਿੰਦੇ ਭੈ ਬਿਨ ਪ੍ਰੇਮ ਨਾ ਉਪਜੇ। ਵੀ ਜੇ ਭੈ ਨਹੀਂ ਤੇ ਪ੍ਰੇਮ ਹੋਣਾ ਹੀ ਨਹੀਂ। ਸੋ ਇਸ ਵਾਸਤੇ ਫਿਰ ਆਪਾਂ ਨੂੰ ਕਹਿੰਦੇ ਵੀ ਮਾਲਕ ਦਾ ਜਿਹੜਾ ਭੈ ਹੈ ਉਹ ਸਾਡੇ ਅੰਦਰ ਜੇ ਹੋਏਗਾ ਤੇ ਫਿਰ ਹੀ ਮਾਲਕ ਦੇ ਜਿਹੜੇ ਗੁਣ ਨੇ ਉਹ ਸਾਡੇ ਅੰਦਰ ਟਿਕਣਗੇ। ਮਹਾਰਾਜ ਕਹਿੰਦੇ ਹਰ ਗੁਣ ਹਿਰਦੇ ਤਿਸ ਕੇ ਟਿਕੇ ਜਿਸ ਅੰਤਰ ਭਉ ਭਾਵਨੀ ਹੋਈ। ਬਈ ਜਿਹਦੇ ਅੰਦਰ ਭੈ ਵੀ ਪ੍ਰੇਮ ਵੀ, ਉਹਦੇ ਅੰਦਰ ਮਾਲਕ ਦੇ ਜਿਹੜੇ ਗੁਣ ਉਹ ਗੁਣ ਟਿਕਦੇ। ਤੇ ਜੇ ਸਾਡੇ ਅੰਦਰ ਭੈ ਹੀ ਨਹੀਂ, ਇਹ ਮਾਲਕ ਦੇ ਜਿਹੜੇ ਗੁਣ ਨੇ ਉਹ ਸਾਡੇ ਅੰਦਰ ਰਹਿੰਦੇ ਟਿਕਦੇ ਨਹੀਂ। ਸੋ ਐਸੀ ਅਵਸਥਾ 'ਚ ਫਿਰ ਆਪਾਂ ਨੂੰ ਸਮਝਾਉਂਦੇ ਵੀ ਜਦੋਂ ਹੁਣ ਅਸੀਂ ਸੰਸਾਰ ਦੇ ਵਿੱਚ ਆਉਂਦੇ ਹਾਂ, ਮਾਲਕ ਸਾਨੂੰ ਭੇਜਦਾ, ਬੱਚਾ ਪ੍ਰਵੇਸ਼ ਹੁੰਦਾ ਹੈ, ਉਦੋਂ ਸਾਰੇ ਗੁਣ ਮਾਲਕ ਦੇ ਜਿਹੜੇ ਉਹ ਸਾਡੇ ਅੰਦਰ ਮੌਜੂਦ ਹੁੰਦੇ ਨੇ, ਬੱਚੇ ਦੇ ਵਿੱਚ ਹੁੰਦੇ ਨੇ। ਜਿਉਂ-ਜਿਉਂ ਬੱਚਾ ਵੱਡਾ ਹੁੰਦਾ ਹੈ, ਇੱਧਰ ਮਾਇਆ ਦੇ ਨਾਲ ਉਹਦਾ ਪਿਆਰ ਪੈਂਦਾ ਜਾਂਦਾ, ਮਾਇਆ ਦੇ ਨਾਲ ਜੁੜਦਾ ਜਾਂਦਾ ਹੈ। ਮਾਲਕ ਦੇ ਨਾਲ ਪ੍ਰੇਮ ਨਹੀਂ ਰਹਿੰਦਾ, ਉਹਦਾ ਭੈ ਵੀ ਖਤਮ ਹੋ ਜਾਂਦਾ ਹੈ। ਫਿਰ ਜਿਹੜੇ ਮਾਲਕ ਦੇ ਗੁਣ ਹੁੰਦੇ ਉਹ ਗੁਣ ਸਾਡੇ ਅੰਦਰ ਰੁਕਦੇ ਨਹੀਂ, ਉਹ ਗੁਣ ਵੀ ਸਾਡੇ ਅੰਦਰੋਂ ਬਾਹਰ ਚਲੇ ਜਾਂਦੇ। ਮਹਾਰਾਜ ਫਰਮਾਉਂਦੇ ਹਰ ਵਿਸਰਤ ਤੇਰੇ ਗੁਣ ਗਲੇ ਆ। ਇਹ ਜਦੋਂ ਸਾਨੂੰ ਹਰੀ ਹੀ ਵਿਸਰ ਗਿਆ, ਮਾਲਕ ਹੀ ਵਿਸਰ ਗਿਆ, ਜਿਹੜੇ ਉਹਦੇ ਗੁਣ ਸੀ ਉਹ ਗੁਣ ਸਾਡੇ ਅੰਦਰ ਕਿੱਥੋਂ ਰਹਿਣੇ ਸੀ। ਗੁਣ ਵੀ ਸਾਡੇ ਅੰਦਰੋਂ ਗਲ ਕੇ ਚਲੇ ਗਏ। ਹੁਣ ਜਦੋਂ ਫਿਰ ਆਪਾਂ ਸਤ ਸੰਗਤ ਕਰਦੇ ਹਾਂ, ਫਿਰ ਗੁਰੂ ਦੀ ਸ਼ਰਨ 'ਚ ਆਉਂਦੇ ਹਾਂ, ਫਿਰ ਆਪਾਂ ਨੂੰ ਆਪਣੇ ਮਾਤਾ ਪਿਤਾ ਦੇ ਜਿਹੜੇ ਗੁਣ ਨੇ ਉਹਨਾਂ ਗੁਣਾਂ ਤੋਂ ਜਾਣੂ ਕਰਾਇਆ ਜਾਂਦਾ। ਪਹਿਲਾਂ ਤਾਂ ਸਾਨੂੰ ਸਾਡੇ ਮਾਤਾ ਪਿਤਾ ਦੇ ਗੁਣਾਂ ਦਾ ਹੀ ਨਹੀਂ ਪਤਾ, ਫਿਰ ਉਹਦੇ ਗੁਣਾਂ ਤੋਂ ਸਾਨੂੰ ਜਾਣੂ ਕਰਾਇਆ ਜਾਂਦਾ। ਤੇ ਫਿਰ ਸਾਨੂੰ ਕਹਿੰਦੇ ਵੀ ਹੁਣ ਉਹੀਓ ਗੁਣ ਸਾਡਾ ਜਿਹੜਾ ਸੁਭਾਅ ਮਾਤਾ ਪਿਤਾ ਦਾ ਤੇ ਉੱਦਾਂ ਦਾ ਹੀ ਬੱਚੇ ਦਾ ਹੋ ਜਾਵੇ, ਕੋਈ ਫਰਕ ਨਾ ਰਹੇ। ਸਤ ਸੰਗਤ ਦੇ ਵਿੱਚ ਫਿਰ ਜਦੋਂ ਆਪਾਂ ਆਉਂਦੇ ਹਾਂ, ਇਸ ਨੂੰ ਸਕੂਲ ਕਹਿੰਦੇ ਸਤਿਗੁਰੂ ਦਾ, ਤੇ ਇੱਥੇ ਫਿਰ ਆਪਾਂ ਨੂੰ ਹਰੀ ਦੇ ਜਿਹੜੇ ਗੁਣ ਮਾਲਕ ਦੇ ਉਹ ਦੱਸੇ ਜਾਂਦੇ। ਮਹਾਰਾਜ ਫਰਮਾਉਂਦੇ ਸਤ ਸੰਗਤ ਸਤਿਗੁਰ ਚਟਸਾਲ ਹੈ, ਜਿਸ ਹਰ ਗੁਣ ਸਿੱਖ। ਵੀ ਜਿੱਥੇ ਆ ਕੇ ਅਸੀਂ ਸਿੱਖਣਾ, ਸੋਝੀ ਲੈਣੀ, ਵੀ ਤਾਂ ਕਿ ਸਾਨੂੰ ਪਤਾ ਲੱਗ ਜੇ ਵੀ ਸਾਡਾ ਜੋ ਮਾਤਾ ਪਿਤਾ ਉਹ ਕਿਹੋ ਜਿਹਾ, ਤੇ ਅਸੀਂ ਹਾਂ ਜੋ
ਅਸੀਂ ਕਹੋ ਜਿਹੇ ਹਾਂ ਵੀ ਸਾਡਾ ਉਹਦੇ ਨਾਲ ਸੁਭਾਅ ਮਿਲਦਾ ਵੀ ਹੈ ਕਿ ਜਾਂ ਨਹੀਂ ਮਿਲਦਾ ਹੈ। ਫਿਰ ਆਪ ਨੂੰ ਸਮਝਾਉਂਦੇ ਵੀ ਤੁਸੀਂ ਹੁਣ ਆਪਦੇ ਅੰਦਰ ਝਾਤੀ ਮਾਰੋ, ਦੇਖੋ ਵੀ ਜੋ ਸਾਡਾ ਮਾਤਾ ਪਿਤਾ ਹੈ ਉਹ ਮਿੱਠਾ ਬੋਲਦਾ ਹੈ, ਉਹ ਸਦਾ ਮਿੱਠਾ ਹੀ ਬੋਲਦਾ ਹੈ, ਉਹ ਕੌੜਾ ਕਦੇ ਬੋਲਦਾ ਨਹੀਂ। ਕਿਸੇ ਦੇ ਜਿਹੜੇ ਔਗਣ ਨੇ ਉਹ ਔਗਣ ਦੇਖਦਾ ਨਹੀਂ, ਕਿਸੇ ਦੇ ਔਗਣ ਚਿਤਾਰਦਾ ਨਹੀਂ। ਇਹ ਸਾਡੇ ਮਾਤਾ ਪਿਤਾ ਦੇ ਗੁਣ ਨੇ। ਮਹਾਰਾਜ ਫਰਮਾਉਂਦੇ ਮਿੱਠ ਬੋਲੜਾ ਜੀ ਹਰ ਸੱਜਣ ਸੁਆਮੀ ਮੋਰਾ, ਔਰ ਸੰਭਲ ਥਕੀ ਜੀ ਉਹ ਕਦੇ ਨਾ ਬੋਲੇ ਕੌੜਾ। ਕੌੜਾ ਬੋਲ ਨਾ ਜਾਣੇ ਪੂਰਨ ਭਗਵਾਨੇ, ਔਗਣ ਕੋ ਨਾ ਚਿਤਾਰੇ। ਹੁਣ ਆਪਾਂ ਨੂੰ ਕਹਿੰਦੇ ਵੀ ਤੁਸੀਂ ਵੀ ਦੇਖੋ ਵੀ ਕੀ ਤੁਸੀਂ ਮਿੱਠਾ ਬੋਲਦੇ, ਕੌੜਾ ਤਾਂ ਨਹੀਂ ਬੋਲਦੇ। ਸਾਡਾ ਮਾਤਾ ਪਿਤਾ ਤਾਂ ਬੋਲਦਾ ਨਹੀਂ ਕੌੜਾ, ਉਹਨੂੰ ਬੋਲਣਾ ਆਉਂਦਾ ਨਹੀਂ। ਜੇ ਆਪਾਂ ਕੌੜਾ ਬੋਲਦੇ ਹਾਂ ਤਾਂ ਮਤਲਬ ਸਾਡੇ ਵਿੱਚ ਸਾਡੇ ਮਾਤਾ ਪਿਤਾ ਵਾਲਾ ਗੁਣ ਹੈ ਨਹੀਂ। ਫਿਰ ਕਹਿੰਦੇ ਵੀ ਉਹ ਕਿਸੇ ਦੇ ਔਗਣ ਨਹੀਂ ਚਿਤਾਰਦਾ, ਔਗਣ ਦੇਖਦਾ ਨਹੀਂ। ਤੁਸੀਂ ਦੇਖੋ ਵੀ ਤੁਸੀਂ ਕਿਸੇ ਦੇ ਔਗਣ ਤਾਂ ਨਹੀਂ ਦੇਖਦੇ। ਔਗਣ ਦੇਖ ਕੇ ਫਿਰ ਉਹ ਔਗਣਾਂ ਦੀ ਅੱਗੇ ਸਾਂਝ ਤਾਂ ਨਹੀਂ ਪਾਉਂਦੇ, ਔਗਣ ਫਰੋਲਦੇ ਤਾਂ ਨਹੀਂ। ਕਿਸੇ ਦੇ ਔਗਣ ਦੇਖ ਕੇ ਫਿਰ ਅੱਗੇ ਤਾਂ ਨਹੀਂ ਦੱਸਦੇ ਵੀ ਉਹਦੇ ਵਿੱਚ ਉਹ ਆਏ ਹੈ, ਉਹਦੇ ਆਹ ਔਗਣ ਨੇ। ਜੇ ਅਸੀਂ ਕਰਦੇ ਇਸੇ ਨੂੰ ਫਿਰ ਨਿੰਦਿਆ ਕਹਿੰਦੇ, ਇਸੇ ਨੂੰ ਹੀ ਫਿਰ ਕਹਿੰਦੇ ਵੀ ਸਾਡਾ ਮਾਤਾ ਪਿਤਾ ਤਾਂ ਕਿਸੇ ਦੇ ਔਗਣ ਦੇਖਦਾ ਨਹੀਂ, ਔਗਣ ਚਿਤਾਰਦਾ ਨਹੀਂ ਹੈ। ਜੇ ਤੁਸੀਂ ਕਿਸੇ ਦੇ ਔਗਣ ਦੇਖ ਕੇ ਚਿਤਾਰਦੇ ਹੋ ਫਿਰ ਸਾਡੇ ਵਿੱਚ ਉਹ ਗੁਣ ਨਹੀਂ ਹੈ ਜਿਹੜਾ ਸਾਡੇ ਮਾਤਾ ਪਿਤਾ ਦੇ ਵਿੱਚ ਗੁਣ ਹੈ। ਹੁਣ ਆਪਾਂ ਨੂੰ ਫਿਰ ਸਮਝਾਉਂਦੇ ਵੀ ਜਿਵੇਂ ਆਪਾਂ ਸੰਸਾਰ ਦੇ ਵਿੱਚ ਦੇਖ ਕੇ ਕਹਿੰਦੇ ਹਾਂ ਬਈ ਫਲਾਣੇ ਦਾ ਬੱਚਾ ਫਲਾਣੇ ਵਰਗਾ ਹੀ ਆ, ਆਪਦੇ ਪਿਓ ਵਰਗਾ ਹੈ ਜਾਂ ਆਪਦੀ ਮਾਂ ਵਰਗਾ ਹੈ। ਉਹ ਅਸੀਂ ਕਿਉਂ ਕਹਿੰਦੇ ਹਾਂ ਵੀ ਜਦੋਂ ਜੀਵ ਉਹਦੇ ਵਿੱਚ ਗੁਣ ਦੇਖਦੇ ਨੇ, ਵੀ ਜਿਹੜੇ ਗੁਣ ਪਿਓ 'ਚ ਨੇ ਉਹੀ ਉਹ ਬੱਚੇ 'ਚ ਨੇ, ਵੀ ਆਪਦੇ ਪਿਓ ਵਰਗਾ ਹੀ ਹੈ ਚਵੇਂ। ਜੇ ਹੁਣ ਮਾਤਾ ਪਿਤਾ ਸਾਊ ਹੋਣ ਤੇ ਜਿਹੜਾ ਬੱਚਾ ਉਹ ਆਗਿਆਕਾਰ ਨਾ ਹੋਵੇ, ਉਹਦੇ ਵਿੱਚ ਉਹ ਗੁਣ ਨਾ ਹੋਣ, ਮਾਤਾ ਪਿਤਾ ਕਿਸੇ ਨਾਲ ਕਦੇ ਲੜੇ ਨਾ ਹੋਣ, ਕਦੇ ਉੱਚੀ ਆਵਾਜ਼ 'ਚ ਗੱਲ ਨਾ ਕੀਤੀ ਹੋਵੇ, ਮਿੱਠਾ ਬੋਲਦੇ ਹੋਣ, ਤੇ ਉਹਨਾਂ ਦਾ ਪੁੱਤ ਲੜਾਈਆਂ ਝਗੜੇ ਕਰਦਾ ਫਿਰ ਉਹ ਦੂਸਰਿਆਂ ਨੂੰ ਫਿੱਕਾ ਬੋਲੇ, ਗਾਲਾਂ ਕੱਢੇ, ਤੇ ਉਦੋਂ ਸੰਸਾਰ ਜੀਵ ਕੀ ਕਹਿੰਦਾ ਵੀ ਇਹ ਆਪਦੇ ਮਾਂ ਪਿਓ ਵਰਗਾ ਤਾਂ ਹੈ ਹੀ ਨਹੀਂ, ਤੇਰਾ ਪਿਓ ਕਿੱਦਾਂ ਦਾ ਤੇ ਤੂੰ ਕਿੱਦਾਂ ਦਾ। ਸੋ ਇਸੇ ਤਰ੍ਹਾਂ ਹੀ ਫਿਰ ਸਤਿਗੁਰੂ ਸਮਝਾਉਂਦੇ ਸਾਡੇ ਮਨ ਨੂੰ ਬਈ ਸਾਡੇ ਮਨਾਂ ਦਾ ਜਿਹੜਾ ਮਾਤਾ ਪਿਤਾ ਬਈ ਉਹ ਤਾਂ ਇੱਦਾਂ ਦਾ ਹੈ, ਉਹਦੇ ਆਹ ਗੁਣ ਨੇ, ਵੀ ਤੂੰ ਦੇ ਗੁਣ ਤੇਰੇ ਵਿੱਚ ਹੀ ਗੁਣ ਹੈਗੇ ਕਿ ਨਹੀਂ ਹੈਗੇ। ਜਦੋਂ ਅਸੀਂ ਆਪਦੇ ਅੰਦਰ ਝਾਤੀ ਮਾਰਦੇ ਹਾਂ ਸਾਨੂੰ ਪਤਾ ਲੱਗਦਾ ਵੀ ਸਾਡੇ 'ਚ ਤਾਂ ਗੁਣ ਹੀ ਹੈ ਨਹੀਂ, ਜਿਹੜੇ ਸਾਡੇ ਮਾਤਾ ਪਿਤਾ 'ਚ ਨੇ ਉਹ ਗੁਣ ਤਾਂ ਸਾਡੇ ਅੰਦਰ ਹੈ ਹੀ ਕੋਈ ਨਹੀਂ। ਫਿਰ ਆਪਾਂ ਜਦੋਂ ਸਾਨੂੰ ਇਹ ਭੇਦ ਆਉਂਦਾ ਤੇ ਫਿਰ ਆਪਾਂ ਪੁੱਛਦੇ ਹਾਂ ਸਤਿਗੁਰਾਂ ਤੋਂ ਬਈ ਸਾਡੇ ਅੰਦਰ ਇਹ ਗੁਣ ਆ ਸਕਦੇ ਨੇ ਕਿ ਜਾਂ ਅਸੀਂ ਇੱਦਾਂ ਦੇ ਹੀ ਰਵਾਂਗੇ ਜਿੱਦਾਂ ਦੇ ਅਸੀਂ ਹੈਗੇ ਹਾਂ। ਫਿਰ ਆਪਾਂ ਨੂੰ ਸਮਝਾਉਂਦੇ ਸੱਚੇ ਪਾਤਸ਼ਾਹ ਵੀ ਜਦੋਂ ਸੰਸਾਰ 'ਚ ਤੁਹਾਨੂੰ ਭੇਜਿਆ ਸੀ ਸਾਰੇ ਗੁਣ ਸੀ ਤੁਹਾਡੇ ਵਿੱਚ, ਤੁਸੀਂ ਮਾਲਕ ਨੂੰ ਚੇਤੇ ਨਹੀਂ ਕੀਤਾ, ਸਿਮਰਨ ਛੱਡ ਗਏ ਤੇ ਇਸ ਕਰਕੇ ਤੁਹਾਡੇ ਅੰਦਰੋਂ ਗੁਣ ਚਲੇ ਗਏ। ਫਿਰ ਆਪਾਂ ਸੋਚਦੇ ਹਾਂ ਵੀ ਸਾਨੂੰ ਇਹ ਜੀਵਨ ਮਿਲਿਆ ਮਾਨਸ ਜਾਮਾ, ਵੀ ਇਹਦੇ ਵਿੱਚ ਰਹਿੰਦੇ ਹੋਏ ਨਾ ਅਸੀਂ ਕੋਈ ਜਪ ਕੀਤਾ, ਨਾ ਅਸੀਂ ਕੋਈ ਤਪ ਕੀਤਾ, ਬਈ ਨਾ ਅਸੀਂ ਸਤ ਸੰਗਤ ਕੀਤੀ, ਨਾ ਅਸੀਂ ਐਸੇ ਗੁਰਮੁਖਾਂ ਦਾ ਸਾਧੂਆਂ ਦਾ ਸੰਤਾਂ ਦਾ ਸੰਗ ਕੀਤਾ। ਫਿਰ ਸਾਡਾ ਜਿਹੜਾ ਮਨ ਹੈ ਇਹ ਸ਼ਰਮ ਮਹਿਸੂਸ ਕਰਦਾ ਹੈ। ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਜਪ ਤਪ ਸੰਜਮ ਧਰਮ ਨਾ ਕਮਾਇਆ, ਸੇਵਾ ਸਾਧਨਾ ਜਾਣਿਆ ਹਰ ਰਾਇਆ, ਕਹੋ ਨਾਨਕ ਹਮ ਨੀਚ ਕਰਮਾ, ਸ਼ਰਨ ਭਰੀ ਕੀ ਰਾਖੋ ਸ਼ਰਮਾ। ਫਿਰ ਜਦੋਂ ਸ਼ਰਮ ਮਹਿਸੂਸ ਕਰਦੇ ਹਾਂ ਵੀ ਸਾਡੇ ਵਿੱਚ ਤਾਂ ਕੋਈ ਗੁਣ ਹੀ ਹੈ ਨਹੀਂ,
ਮਾਲਕ ਵਾਲਾ, ਤੇ ਫਿਰ ਅਸੀਂ ਕਹਿੰਦੇ ਹਾਂ ਵੀ ਅਸੀਂ ਬੜੇ ਔਗਣਾਂ ਦੇ ਭਰੇ ਹੋਏ ਹਾਂ। ਫਿਰ ਅਸੀਂ ਆ ਕੇ ਬੇਨਤੀ ਕਰਦੇ ਸਤਿਗੁਰਾਂ ਨੂੰ ਵੀ ਸਾਡੇ 'ਤੇ ਕਿਰਪਾ ਕਰੋ, ਵੀ ਅਸੀਂ ਤਾਂ ਇੱਧਰ ਮਾਇਆ ਦੇ ਵਿੱਚ ਹਉਮੈ ਹੰਕਾਰ ਦੇ ਵਿੱਚ ਹੀ ਤੁਰੇ ਫਿਰਦੇ ਹਾਂ, ਵੀ ਹੁਣ ਸਾਡੇ 'ਤੇ ਕਿਰਪਾ ਕਰੋ ਵੀ ਅਸੀਂ ਤਾਂ ਇੱਧਰ ਗੰਦਗੀ ਦਾ ਹੀ ਹੰਕਾਰ ਕਰੀ ਜਾਂਦੇ, ਹਉਮੈ ਕਰੀ ਜਾਂਦੇ। ਕਿਉਂਕਿ ਜਦੋਂ ਅਸੀਂ ਇਹ ਸਰੀਰ ਦੇ ਉੱਤੇ ਹਉਮੈ ਹੰਕਾਰ ਕਰਦੇ, ਮਨਮੁਖ ਜੀਵ ਕੀ ਕਰਦਾ ਹੈ, ਉਹਨੂੰ ਆਪਦੇ ਘਰ ਦਾ ਤਾਂ ਪਤਾ ਨਹੀਂ, ਨਿਜ ਮਹਿਲ ਥਿਰ ਕਰਦਾ, ਇਸ ਸਰੀਰ ਦੇ ਉੱਤੇ ਹੀ ਹਉਮੈ ਕਰਦਾ, ਹੰਕਾਰ ਕਰਦਾ। ਇਸ ਨੂੰ ਸਜਾ ਕੇ ਸੋਹਣੇ ਕੱਪੜੇ ਪਾ ਕੇ ਹਉਮੈ ਹੰਕਾਰ ਦੇ ਵਿੱਚ ਜਦੋਂ ਚੱਲਦਾ ਹੈ, ਫਿਰ ਮਹਾਰਾਜ ਕਹਿੰਦੇ ਵੀ ਇਹਦੇ ਅੰਦਰ ਦੇਖ, ਇਹਦੇ ਅੰਦਰ ਕੀ ਹੈ ਜਿਹਦੇ ਤੋਂ ਹਉਮੈ ਕਰਦਾ, ਹੰਕਾਰ ਕਰਦਾ ਹੈ। ਹੁਣ ਸਾਨੂੰ ਪਤਾ ਨਹੀਂ ਲੱਗਦਾ ਵੀ ਇਹਦੇ ਅੰਦਰ ਕੀ ਹੈ, ਫਿਰ ਸਾਨੂੰ ਖੋਲ੍ਹ ਕੇ ਦੱਸ ਦੇ ਵੀ ਇਹਦੇ ਵਿੱਚ ਕੀ ਹੈ ਜਿਹਦੇ 'ਤੇ ਜੀਵ ਹਉਮੈ ਕਰਦਾ, ਹੰਕਾਰ ਕਰਦਾ। ਸੱਚੇ ਪਾਤਸ਼ਾਹ ਕਹਿੰਦੇ ਵੀ ਇਹਦੇ ਵਿੱਚ ਗੰਦਗੀ ਹੈ, ਹੱਡੀਆਂ ਖੂਨ ਹੈ, ਅਤੇ ਉੱਪਰ ਇਹਦੇ ਚਮੜਾ ਲਪੇਟਿਆ ਹੋਇਆ ਵਿਸ਼ਟ ਆ। ਗੰਦਗੀ ਤੋਂ ਬਿਨਾਂ ਹੋਰ ਇਹਦੇ ਅੰਦਰ ਹੈ ਕੁਛ ਨਹੀਂ ਹੈ। ਸੱਚੇ ਪਾਤਸ਼ਾਹ ਫਰਮਾਉਂਦੇ ਕਹਿੰਦੇ ਵਿਸ਼ਟ ਅਸਤ ਰਕਤ ਪਰੇਟੇ ਚਾਮ ਤੇ ਸੁਪਰਲੇ ਰੱਖਿਓ ਮਨ। ਬਈ ਮਨਮੁਖ ਜੀਵ ਹੰਕਾਰ ਵੀ ਕਰਦਾ, ਹਉਮੈ ਵੀ ਕਰਦਾ, ਕਾਹਦੇ 'ਤੇ? ਗੰਦਗੀ 'ਤੇ। ਹੁਣ ਇਹਦੇ ਅੰਦਰ ਇੰਨੀ ਗੰਦਗੀ ਹੈ ਵੀ ਜੇ ਆਪਾਂ ਇਸ਼ਨਾਨ ਨਾ ਕਰੀਏ ਤਾਂ ਉਹਦਾ ਮੁਸ਼ਕ ਆਉਣ ਲੱਗ ਜਾਂਦਾ। ਆਪਾਂ ਦੇਖਦੇ ਹੀ ਹਾਂ ਵੀ ਥੋੜ੍ਹਾ ਸਮਾਂ ਇਹਦੀ ਦੇਖਭਾਲ ਨਾ ਕਰੇ ਅਤੇ ਉਹ ਜਿਹੜੀ ਬਦਬੂ ਅੰਦਰੋਂ ਬਾਹਰ ਆਉਣ ਲੱਗ ਜਾਂਦੀ। ਸੋ ਇਸ ਵਾਸਤੇ ਫਿਰ ਜਦੋਂ ਜੀਵ ਇਹਦੇ 'ਤੇ ਹਉਮੈ ਕਰਦਾ, ਹੰਕਾਰ ਕਰਦਾ, ਫਿਰ ਇਹਨੂੰ ਮਨ ਨੂੰ ਸ਼ਬਦ ਦੀ ਠੋਕਰ ਮਾਰਦੇ ਵੀ ਤੂੰ ਕਾਹਦੀ ਹਉਮੈ, ਕਾਹਦਾ ਹੰਕਾਰ ਕਰਦਾ, ਆਪਦੇ ਅੰਦਰ ਦੇਖ। ਮਹਾਰਾਜ ਕਹਿੰਦੇ ਮਨ ਕਾਹੇ ਹੰਕਾਰ ਫਾਰਾ, ਦਰਗੰਧ ਪਵਿੱਤਰ ਪਾਵਨ ਭੀਤਰ ਜੋ ਦਿਸੇ ਸੋ ਸ਼ਾਰਾ। ਬਈ ਅੰਦਰ ਤੇਰੇ ਗੰਦਗੀ ਭਰੀ, ਤੇਰੇ ਅੰਦਰੋਂ ਤਾਂ ਬਦਬੂ ਆ ਰਹੀ ਹੈ, ਬਾਹਰ ਜਿਹਨੂੰ ਤੂੰ ਸਜਾ ਕੇ ਹਉਮੈ ਹੰਕਾਰ ਕਰਦਾ, ਇਹ ਨਾਸ ਹੋਣ ਵਾਲਾ ਮਿਥਿਆ ਹੋਇਆ ਕੂੜੇ, ਤੂੰ ਕਾਹਦੀ ਹਉਮੈ, ਕਾਹਦਾ ਹੰਕਾਰ ਕਰਦਾ ਫਿਰਦਾ। ਫਿਰ ਜਦੋਂ ਸ਼ਬਦ ਦੀ ਠੋਕਰ ਮਾਰਦੇ, ਸਾਡਾ ਮਨ ਥੋੜ੍ਹਾ ਜਿਹਾ ਸਹਿਜ ਜਾ ਕੇ ਵਿਚਾਰਦਾ, ਅਤੇ ਫਿਰ ਇਹਨੂੰ ਪਤਾ ਲੱਗਦਾ ਬਈ ਵਾਕਈ ਹੀ ਮੈਂ ਇਹ ਗੰਦਗੀ ਦੇ ਢੇਰ 'ਤੇ ਬੈਠਾ, ਅਤੇ ਗੰਦਗੀ ਦੇ ਵਿੱਚ ਕੀੜੇ ਵੱਸਦੇ, ਕਿਰਮ ਵੱਸਦੇ। ਫਿਰ ਸਾਡਾ ਮਨ ਆਪਦੇ ਆਪ ਨੂੰ ਇਹ ਕਿਰਮ ਮਹਿਸੂਸ ਕਰਨ ਲੱਗ ਜਾਂਦਾ, ਵਾਕਈ ਮੈਂ ਗੰਦਗੀ ਦੇ ਢੇਰ 'ਤੇ ਬੈਠਾ, ਮੈਂ ਕੀੜਾ, ਮੈਂ ਕਿਰਮ। ਫਿਰ ਇਹ ਹਉਮੈ ਹੰਕਾਰ ਨੂੰ ਛੱਡ ਕੇ ਫਿਰ ਸਤਿਗੁਰਾਂ ਦੀ ਸ਼ਰਨ ਦੇ ਵਿੱਚ ਆ ਕੇ ਫਿਰ ਢਹਿੰਦਾ ਹੈ, ਫਿਰ ਮਨ ਨਿਮਾਣਾ, ਫਿਰ ਨੀਵਾਂ ਹੁੰਦਾ, ਫਿਰ ਇਹ ਝੁਕਦਾ ਹੈ, ਫਿਰ ਬੇਨਤੀ ਕਰਦਾ ਬਈ ਮੈਂ ਕਿਰਮ ਆ, ਮੇਰੇ 'ਤੇ ਕਿਰਪਾ ਕਰੋ, ਬਈ ਮੈਨੂੰ ਵੀ ਮੇਰੇ ਘਰ ਦਾ ਭੇਤ ਦੇਵੋ, ਨਿਜ ਮਹਿਲ ਦਾ, ਥਿਰ ਘਰ ਦਾ, ਮੈਨੂੰ ਵੀ ਇਹ ਗੰਦਗੀ 'ਚੋਂ ਕੱਢ ਲਓ, ਮੈਨੂੰ ਵੀ ਘਰ 'ਚ ਲੈ ਚੱਲੋ, ਤਾਂ ਕਿ ਮੇਰੇ ਹਿਰਦੇ 'ਚ ਵੀ ਪ੍ਰਕਾਸ਼ ਹੋ ਜਾਵੇ। ਮਹਾਰਾਜ ਦੱਸਦੇ ਫਿਰ ਕੀ ਕਹਿੰਦਾ, ਰਮਾਉਂਦੇ ਹਮ ਕੀਰੇ ਕਿਰਮ, ਸਤਿਗੁਰ ਸ਼ਰਨਾਈ ਕਰ ਦਇਆ ਨਾਮ ਪ੍ਰਗਾਸ। ਬਈ ਸਾਡੇ 'ਤੇ ਦਇਆ ਕਰੋ, ਹੁਣ ਸਾਡੇ ਹਿਰਦੇ 'ਚ ਵੀ ਪ੍ਰਕਾਸ਼ ਹੋ ਜੇ, ਸਾਨੂੰ ਭੇਤ ਆ ਜੇ, ਸਾਨੂੰ ਘਰ ਦਾ ਭੇਤ ਦਿਓ। ਜਦੋਂ ਇਸ ਵਾਸਤੇ ਸਾਡਾ ਮਨ ਆਉਂਦਾ, ਨਿਮਾਣਾ ਹੁੰਦਾ, ਫਿਰ ਸਾਨੂੰ ਜੋ ਗੁਰਬਾਣੀ ਗੁਰੂ ਦੱਸਦੇ, ਫਿਰ ਸਾਡਾ ਮਨ ਸੁਣਦਾ। ਇਹਦੇ ਸੁਣਨ ਦੀ ਅਵਸਥਾ 'ਚ ਆਉਂਦਾ, ਅਤੇ ਫਿਰ ਇਹਨੂੰ ਸਮਝ ਲੱਗਦੀ। ਜਦ ਤੱਕ ਜੀਵ ਦੇ ਅੰਦਰ ਹਉਮੈ ਹੰਕਾਰ ਹੈ, ਉਹ ਸੁਣਦਾ ਹੀ ਨਹੀਂ, ਆਵਲਾ ਤਾਂ ਉਹ ਆਏਗਾ ਹੀ ਨਹੀਂ। ਸਤ ਸੰਗਤ ਦੇ ਵਿੱਚ ਤਾਂਹੀਓ ਨਹੀਂ ਜੀਵ ਆਉਂਦਾ, ਜਦੋਂ ਉਹਦੇ ਅੰਦਰ ਹਉਮੈ ਹੰਕਾਰ ਹੁੰਦਾ ਹੈ, ਉਹਨੂੰ ਸਮਝਦਾ ਵੀ ਮੈਨੂੰ ਸਾਰਾ ਕੁਛ ਹੀ ਪਤਾ ਹੈ। ਅਤੇ ਇਸ ਕਰਕੇ ਫਿਰ ਮਹਾਰਾਜ ਕਹਿੰਦੇ ਵੀ ਜਦੋਂ ਜੀਵ ਦੇ ਅੰਦਰ ਹੰਕਾਰ ਹੈ, ਹਉਮੈ ਹੈ, ਉਹ ਕਿਸੇ ਦੀ ਨਹੀਂ ਸੁਣਦਾ, ਉਹ ਮਾਲਕ ਦੀ ਵੀ ਨਹੀਂ ਸੁਣਦਾ, ਹੋਰ ਤਾਂ ਉਹਨੇ ਸੁਣਨੀ ਕਿਸੇ ਦੀ ਕੀ ਹੈ। ਸੋ ਜਦੋਂ ਫਿਰ ਆਪਾਂ ਸੰਗਤ ਦੇ ਵਿੱਚ ਆਉਂਦੇ ਹਾਂ, ਸਿਮਰਨ ਕਰਦੇ ਹਾਂ, ਫਿਰ ਸਾਡਾ ਜਿਹੜਾ ਮਨ ਹੈ ਸੁਣਨ ਦੀ ਅਵਸਥਾ 'ਚ ਆਉਂਦਾ, ਅਤੇ ਜਦੋਂ ਇਹ ਸੁਣਨ ਦੀ ਅਵਸਥਾ 'ਚ ਆਏਗਾ,
ਫਿਰ ਹੀ ਇਹਨੂੰ ਸਮਝ ਲੱਗਣੀ। ਜਦੋਂ ਇਹ ਨਿਮਾਣਾ ਹੋਏਗਾ ਫਿਰ ਹੀ ਇਹਨੂੰ ਸਮਝ ਲੱਗਣੀ। ਜਦ ਤੱਕ ਇਹ ਨਿਮਾਣਾ ਹੁੰਦਾ ਨਹੀਂ, ਝੁਕਦਾ ਨਹੀਂ, ਉਦਾਂ ਸਮਾਂ ਸਾਨੂੰ ਸਮਝ ਨਹੀਂ ਆਉਂਦੀ। ਇਸ ਵਾਸਤੇ ਗੁਰੂ ਨਾਨਕ ਦਾ ਜਿਹੜਾ ਘਰ ਹੈ, ਘਰ ਹੀ ਨੀਵਿਆਂ ਦਾ। ਜਿੰਨਾ ਅਸੀਂ ਨੀਵੇਂ ਹੋਵਾਂਗੇ ਓਨਾ ਹੀ ਅਸੀਂ ਆਤਮਿਕ ਤੌਰ 'ਤੇ ਉੱਚੇ ਹੋ ਜਾਵਾਂਗੇ। ਤਾਂਹੀਓ ਮਹਾਰਾਜ ਕਹਿੰਦੇ ਮਨ ਨੂੰ ਵੀ ਤੁਸੀਂ ਮਨ ਕਰਕੇ ਇੰਨੇ ਨੀਵੇਂ ਹੋ ਜਾਓ ਜਿਵੇਂ ਨੀਚ ਜਾਤ, ਨੀਚੀ ਤੋਂ ਵੀ ਥੱਲੇ, ਨੀਚਾਂ ਤੋਂ ਵੀ ਨੀਚ। ਬਈ ਇੰਨਾ ਮਨ ਸਾਡਾ ਨੀਵਾਂ ਹੋ ਜੇ। ਮਹਾਰਾਜ ਕਹਿੰਦੇ ਨੀਚਾਂ ਅੰਦਰ ਨੀਚ, ਜਾਤ ਨੀਚੀ ਹੂੰ ਅਤ ਨੀਚ। ਨਾਨਕ ਤਿਨ ਕੇ ਸੰਗ ਸਾਥ, ਵੱਡਿਆਂ ਸਿਉ ਕਿਆ ਰੀਸ। ਜਿੱਥੇ ਨੀਚ ਸੰਭਾਲੀਣ ਤਿੱਥੇ ਨਦਰ ਤੇਰੀ ਬਖਸ਼ੀਸ਼। ਸੱਚੇ ਪਾਤਸ਼ਾਹ ਕਹਿੰਦੇ ਇੰਨੇ ਨੀਵੇਂ ਹੋ ਜੋ, ਨੀਚਿਆਂ ਤੋਂ ਵੀ ਅਤ ਨੀਚ, ਨੀਚਿਆਂ ਤੋਂ ਵੀ ਨੀਚੇ। ਸੋ ਜਿੰਨਾ ਹੀ ਅਸੀਂ ਫਿਰ ਨੀਵੇਂ ਹੋ ਜਾਵਾਂਗੇ ਓਨਾ ਹੀ ਅਸੀਂ ਸੁਖੀ ਹੋ ਜਾਵਾਂਗੇ। ਹੁਣ ਇਹ ਨੀਵਾਂ ਜਿਹੜਾ ਸਾਡਾ ਮਨ ਆ, ਇਹ ਉੱਦਾਂ ਨਹੀਂ ਹੁੰਦਾ। ਗੱਲਾਂ ਬਾਤਾਂ ਦੇ ਨਾਲ ਅਸੀਂ ਆਖੀਏ ਅਸੀਂ ਨੀਵੇਂ ਹਾਂ ਜੀ, ਉਹਦਾ ਮੂੰਹ ਤੋਂ ਤਾਂ ਕਹੀ ਜਾਵਾਂਗੇ। ਜਦੋਂ ਕੋਈ ਆਖੇਗਾ ਸਾਨੂੰ ਗੁੱਸਾ ਆਉਣਾ ਵੀ ਸਾਨੂੰ ਨੀਵਾਂ ਕਹਿੰਦਾ, ਮੈਂ ਕਿਹੜੀ ਗੱਲ ਨੀਵਾਂ। ਸੋ ਇਸ ਵਾਸਤੇ ਫਿਰ ਆਪਾਂ ਨੂੰ ਕਹਿੰਦੇ ਵੀ ਨੀਵੇਂ ਹੋਣ ਵਾਸਤੇ ਸਾਨੂੰ ਫਿਰ ਸਿਮਰਨ ਕਰਨਾ ਪੈਂਦਾ। ਜਿਉਂ-ਜਿਉਂ ਅਸੀਂ ਸਿਮਰਨ ਕਰਾਂਗੇ ਸਾਡੇ ਮਨ ਦੀ ਮੈਲ ਉਤਰੇਗੀ। ਜਿੰਨਾ ਮਨ ਨਿਰਮਲ ਹੋਏਗਾ ਓਨਾ ਹੀ ਨੀਵਾਂ ਹੋਏਗਾ, ਜਿੰਨਾ ਮਨ ਸ਼ੁੱਧ ਹੋਏਗਾ ਓਨਾ ਨਿਮਾਣਾ ਹੋਏਗਾ। ਜਿੰਨਾ ਮਨ ਮੈਲਾ ਹੈ ਓਨੀ ਹਉਮੈ, ਓਨਾ ਹੀ ਹੰਕਾਰ, ਓਨਾ ਹੀ ਮੈਲ ਦੇ ਨਾਲ ਭਰਿਆ ਹੋਇਆ। ਸੋ ਇਸ ਕਰਕੇ ਹੁਣ ਮਨ ਨੂੰ ਨਿਰਮਲ ਕਰਨ ਵਾਸਤੇ ਆਓ ਜੋ ਹੁਣ ਸਤਿਗੁਰੂ ਆਪਾਂ ਨੂੰ ਇਹ ਸਾਸਕ ਰਸ ਸਿਮਰਨ ਦੱਸਦੇ। ਜਿਉਂ-ਜਿਉਂ ਆਪਾਂ ਇਹ ਸ਼ਬਦ ਦੀ ਕਮਾਈ ਕਰਾਂਗੇ, ਸਿਮਰਨ ਕਰਾਂਗੇ, ਤੇ ਉਹਦੇ ਸਾਡੇ ਮਨ ਦੀ ਮੈਲ ਉਤਰੇਗੀ ਤੇ ਉਹਦੇ ਉਹਨੇ ਨਿਰਮਲ ਹੋਣਾ ਹੈ। ਆਓ ਸਾਰੇ ਗੁਰਮੁਖ ਪਿਆਰੇ ਕਰੋ ਜੀ ਸ਼ੁਰੂ। ਵਾਹਿਗੁਰੂ 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 ਵਾਹਿਗੁਰੂ
ਗੁਰੂ ਵਾਹਿਗੁਰੂ 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 ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਸ ਤਰੀਕੇ ਦੇ ਨਾਲ ਜਦੋਂ ਆਪਾਂ ਗੁਰਮੁਖ ਕੋਈ ਸਿਮਰਨ ਕਰਦੇ ਹਾਂ, ਰਸਨਾ ਦੁਬਾਰਾ ਬੋਲਦੇ ਹਾਂ, ਕੰਨਾਂ ਦੁਬਾਰਾ ਆਪਦੀ ਆਵਾਜ਼ ਨੂੰ ਧਿਆਨ ਨਾਲ ਸੁਣਦੇ ਹਾਂ, ਇਹਦੇ ਨਾਲ ਫਿਰ ਆਪਣੇ ਮਨ 'ਤੇ ਜਿਹੜੀ ਮੈਲ ਲੱਗੀ ਹੁੰਦੀ ਹੈ ਮੈਲ ਉਤਰਦੀ ਹੈ। ਮਹਾਰਾਜ ਫਰਮਾਉਂਦੇ ਗੁਰਸਿੱਖ ਹਰ ਬੋਲੋ ਮੇਰੇ ਭਾਈ, ਹਰ ਬੋਲਤ ਸਭ ਪਾਪ ਲਹਿ ਜਾਈ। ਆਪਾਂ ਨੂੰ ਕਹਿੰਦੇ ਵੀ ਬੋਲੋ, ਸਿਮਰਨ ਕਰੋ। ਜਦੋਂ ਕਰੋਗੇ ਜਿਹੜੀ ਪਾਪਾਂ ਦੀ ਮੈਲ ਲੱਗੀ ਮਨ 'ਤੇ ਉਹ ਮੈਲ ਉਤਰ ਜੇਗੀ। ਜਿਉਂ ਮਨ ਦੀ ਮੈਲ ਉਤਰੇਗੀ ਤੇ ਉਹਦੇ ਨਿਰਮਲ ਹੋਏਗਾ। ਜਦੋਂ ਇਹ ਨਿਰਮਲ ਹੋਏਗਾ ਤੇ ਫਿਰ ਹੀ ਅਸੀਂ ਮਾਲਕ ਨੂੰ ਮਿਲ ਸਕਦੇ ਹਾਂ। ਨਿਰਮਲ ਮਨ ਹੀ ਘਰ ਜਾ ਸਕਦਾ ਵਾਪਸ। ਇਸ ਵਾਸਤੇ ਫਿਰ ਆਪਾਂ ਨੂੰ ਸਮਝਾਉਂਦੇ ਬਈ ਸਾਡਾ ਫਿਰ ਸਾਰਿਆਂ ਦਾ ਜਿਹੜਾ ਧਰਮ ਇੱਕੋ ਹੀ ਹੈ, ਪਰਮਾਤਮਾ ਨਿਰੰਕਾਰ, ਉਸ ਨੂੰ ਧਰਮ ਵੀ ਆਖੀ। ਇਹ ਆਪਾਂ ਨੂੰ ਕਹਿੰਦੇ ਵੀ ਜਦੋਂ ਅਸੀਂ ਫਿਰ ਇਹ ਸਿਮਰਨ ਕਰਾਂਗੇ ਤੇ ਸਾਡੀ ਜਿਹੜੀ ਕਰਨੀ ਨਿਰਮਲ ਹੋ ਜਾਏਗੀ ਤੇ ਅਸੀਂ ਧਰਮੀ ਹੋ ਜਾਵਾਂਗੇ। ਜਦੋਂ ਪਰਮਾਤਮਾ ਦੇ ਨਾਲ ਜੁੜ ਗਏ ਤੇ ਫਿਰ ਕਹਿੰਦੇ ਵੀ ਇਹ ਧਰਮੀ। ਮਹਾਰਾਜ ਇਸ ਲਈ ਫਿਰ ਸਾਨੂੰ ਦੱਸਦੇ ਵੀ ਸਾਰੇ ਧਰਮਾਂ ਤੋਂ ਸ੍ਰੇਸ਼ਟ ਧਰਮ ਕੀ ਹੈ। ਜਿਵੇਂ ਸੰਸਾਰ 'ਚ ਤਾਂ ਸਾਰੇ ਹੀ ਕਹਿੰਦੇ ਵੀ ਸਾਡਾ ਹੀ ਧਰਮ ਸ੍ਰੇਸ਼ਟ ਹੈ ਜੀ, ਸਾਡਾ ਹੀ ਉੱਚ ਹੈ। ਜਿਹੜਾ ਵੀ ਜਿਸ ਧਰਮ ਨਾਲ ਸੰਬੰਧ ਰੱਖਦਾ ਉਹਦੀ ਇਹੋ ਵਿਚਾਰਧਾਰਾ ਵੀ ਸਾਡਾ ਹੀ ਧਰਮ ਚੰਗਾ, ਸਾਡਾ ਹੀ ਉੱਚਾ, ਬਾਕੀ ਸਭ ਸਾਤੋਂ ਥੱਲੇ ਹੀ ਨੇ। ਤੇ ਸਤਿਗੁਰੂ ਕੀ ਕਹਿ ਰਹੇ, ਕਹਿੰਦੇ ਸਰਬ ਧਰਮ ਹੈ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਕਰਮ। ਵੀ ਸਾਡੇ ਕਰਮ ਜਿਹੜੇ ਨਿਰਮਲ ਹੋ ਜਾਣ, ਸਾਡਾ ਮਨ ਨਿਰਮਲ ਹੋ ਜਾਵੇ। ਤੇ ਜੇ ਸਾਡਾ ਮਨ ਨਿਰਮਲ ਹੋ ਗਿਆ, ਨਾਮ ਦੇ ਨਾਲ ਜੁੜ ਗਿਆ, ਮਾਲਕ ਨਾਲ ਜੁੜ ਗਿਆ, ਤੇ ਅਸੀਂ ਧਰਮੀ ਹਾਂ। ਇਹ ਸਭ ਤੋਂ ਸ੍ਰੇਸ਼ਟ ਧਰਮ ਹੈ। ਸੋ ਇਸ ਵਾਸਤੇ ਫਿਰ ਆਪਾਂ ਹੁਣ ਇਹ ਵੱਧ ਤੋਂ ਵੱਧ ਅਭਿਆਸ ਕਰਨਾ, ਮਾਲਕ ਦੇ ਗੁਣ ਗਾਉਣੇ। ਇਹ ਮਾਲਕ ਦੀ ਕਿਰਪਾ ਹੁੰਦੀ ਤੇ ਫਿਰ ਹੀ ਉਹ ਆਪਾਂ ਨੂੰ ਚੇਤੇ ਆਉਂਦਾ। ਭਾਈਓ ਮਹਾਰਾਜ ਕਹਿੰਦੇ ਤੂੰ ਚਿਤ ਆਵੇਂ ਤਾਂ ਤੇਰੀ ਮਾਇਆ, ਇਹ ਤੇਰੀ ਕਿਰਪਾ ਤੇ ਤਾਂ ਤੂੰ ਚੇਤੇ ਆਉਂਦਾ ਹੈ। ਸੋ ਜਿਹੜੇ ਫਿਰ ਮਨਮੁਖ ਜੀਵ ਨੇ ਉਹਨਾਂ ਨੂੰ ਤਾਂ ਚੇਤੇ ਆਉਂਦਾ ਹੀ ਨਹੀਂ ਹੈ, ਕਿਉਂਕਿ ਉਹ ਮਾਇਆ ਦੇ ਵਿੱਚ ਹੀ ਇੰਨੇ ਮਗਨ ਨੇ, ਦਿਨ ਰਾਤ ਵਿਚਾਰਾਂ ਦੇ ਵਿੱਚ ਇੰਨੇ ਜ਼ਿਆਦਾ ਮਸਤ ਹੋਏ ਨੇ ਵੀ ਉਹ ਮਾਲਕ ਦਾ ਹਰ ਜਸ ਕਰਦੇ ਹੀ ਨਹੀਂ, ਸਿਮਰਨ ਕਰਦੇ ਹੀ ਨਹੀਂ ਹੈ। ਇਸੇ ਵਰਤਾਈ ਮਹਾਰਾਜ ਕਹਿੰਦੇ ਪ੍ਰਾਣੀ ਕੋ ਹਰ ਜਸ ਮਨ ਨਹੀਂ ਆਵੇ, ਇਹਨੈਸ ਮਗਨ ਰਹੇ ਮਾਇਆ ਮੈਂ ਕਹੋ ਕੈਸੇ ਗੁਣ ਗਾਵੇ। ਕਿੱਦਾਂ ਗੁਣ ਗਾਵੇ, ਦਿਨ ਰਾਤ ਤਾਂ ਮਾਇਆ ਦੇ ਵਿੱਚ ਵਿਚਾਰਾਂ 'ਚ ਪੁਰਨਿਆਂ ਦੇ ਵਿੱਚ ਸੁੱਤਾ ਹੋਏ, ਤੇ ਵਿਚਾਰਾਂ 'ਚ ਮਾਇਆ ਦੇ ਵਿੱਚ ਫਿਰ ਸਾਨੂੰ ਚੇਤੇ ਨਹੀਂ ਆਉਂਦਾ।
सो इस वास्ते हुण आपां कोशिश करनी, ਵੱਧ ਤੋਂ ਵੱਧ अभ्यास करना। गुरबाणी गुरु ਨੂੰ ਜਦੋਂ ਆਪਾਂ पढ़ के विचारना खोजना ताकि साडा मन पासे ना जाए, सानू जो उपदेश सतगुरु दे रहे ਉਹਦੀ ਸਾਨੂੰ समझ लगे, विचार के ਜਦੋਂ पढ़ांगे साडा मन पासे नहीं जाएगा, तो ਜਦੋਂ पासे नहीं जाएगा तो फिर ये धोता जाएगा। सारी गुरबाणी च अमृत है, अमृतमई बाणी साडे मन नूं धो दिंदी है, पर धोता इन्हें फिर ही जाना जे सुनेगा, जे विचारेगा। जे इन्हें ना सुनिया ना विचारिया फिर नहीं धोता जाता। इसलिए महाराज कहते मन तन धोवे शब्द विचारी, जे विचारेगा फिर धोता जाएगा, जे विचारदा नहीं फिर नहीं धोता जाता। इस वास्ते आप जो गुरबाणी नूं पढ़ना विचारना, काले नहीं पैना। ये नहीं भी असीं इन्नी छेती करना, अपन नूं किहड़ी छेती है, सहज नाल करो, विचारो उस वध तो वध आपां ये सत्संगत करनी। जिन्नी आपां संगत करांगे उन्ना ही आपां नूं लाह ही लाह। आपां नूं ये ज्ञान जो सतगुरु दिंदे ये सानूं दृढ़ हुंदा सत्संगत दे विच आके। ताइयों महाराज कहते सतसंगत मिले तो दृढ़ता आवे, भाई सतसंगत मिले तो सानू दृढ़ हो जाता, दृढ़ भरोसा हो जाता, दृढ़ ज्ञान हो जाता। सो बाकी ये जो ज्ञान सारा अपन गुरबाणी गुरु द्वारा दिता महापुरखा ने, भाई साहब भाई सेवा सिंह जी धर्मवाला, ये जो अपने जीवन का सारिਆਂ ਦਾ असल मनोरथ है परमात्मा नूं मिलना। जो असी जीव सारे इत्थे लाहा खट्टण वास्ते आए हैं, किवें असी इत्थे लाहा खट्टना, की लाहा खट्टना, की असी खट्टण वास्ते इत्थे आए हैं। ते महाराज सानूं दसदे भी इत्थे खट्टण नूं तां एक नाम है, होर तां इत्थों खट्ट के असी कुछ नाल लिजा नहीं सकते। इसलिए महाराज कहते जग में लाहा एक नाम, एक नाम ही जिन्हों असी इत्थों खट्ट के लिजा सकते हैं। सो इस वास्ते फिर आपां ਵੱਧ ਤੋਂ ਵੱਧ अभ्यास करके नाम तक पहुँचना। सो इन्नियां बेनतियां इन्ने विचार करदियां होइयां जे कोई ऐसा शब्द बोलिया गया होवे संगत अते सतगुरु बख्शण जोग ने बख्श लेना जी। वाहिगुरू जी का खालसा, वाहिगुरू जी की फतेह। वाहिगुरू 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 वाहिगुरू
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।